भगत वैरागो। श्री गुरु ग्रंथ साहिब उददो बंदों कर अनुराग। एक अंकार सतगुरु ते प्रसाद सच होए। वाहिगुरु जी की फतेह है। विघ्न विनाशन सो सुकाओ टल गुर सेविय। अहनिस सहज सुभाए। दर्शन परसे गुरु जन्म मरण दुख जाए। होवै सिफत खसामदी दूर अरसों गुर सो छटे। तुद डिठे सचे पातशाह मल जन्म जन्म दे कटिया। सज्जन सचा पातशाह सिर सांद साहो। जिस पास बैठया सोहिया सबना दा वेसाहो। जिस पास बैठया सोहिया सबना दा वेसाहो। दोहरा जित कारज गुर भाव हित होए भावनी पूर। इहाँ सिदक सावत भयो आगे सुख भरपूर। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत। ਧੰਨ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਆਪਾਂ ਇਤਿਹਾਸ ਸਰਵਣ ਕਰ ਰਹੇ ਹਾਂ। ਲਾਹੌਰਾ ਸਿੰਘ ਨਾਮ ਦਾ ਇੱਕ ਸਿੱਖ ਹੈ ਜੋ ਕਿਸੇ ਦੂਸਰੇ ਸਿੱਖ ਦੇ ਕੋਲੋਂ ਪੈਸੇ ਲੈ ਕੇ ਮੁੱਕਰ ਗਿਆ ਹੈ। ਧੰਨ 10ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗਾ ਸਤਿਗੁਰਾਂ ਦੇ ਡਰ ਦੇ ਕਾਰਨ ਇਸ ਨੇ ਪੈਸੇ ਮੋੜ ਦਿੱਤੇ। ਸਤਿਗੁਰਾਂ ਦੇ ਕੋਲੋਂ ਆ ਕੇ ਮਾਫੀ ਮੰਗਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਲਾਹੌਰਾ ਸਿੰਘ ਜੇ ਮੁਕਤ ਹੋਣਾ ਚਾਹੁੰਦਾ ਹੈ ਮੁਕਤੀ ਦੇ ਬਚਨ ਕਰਦਾ ਹੈ ਤੇ ਫਿਰ ਕੁਝ ਐਸੇ ਬਚਨ ਨੇ ਜਿਹੜੇ ਕਮਾਉਣੇ ਪੈਣਗੇ ਮੁਕਤੀ ਹੋਵੇਗੀ। ਮਹਾਰਾਜ ਉਹ ਕਿਹੜੇ ਬਚਨ ਹਨ ਆਪ ਜੀ ਕਿਰਪਾ ਕਰਕੇ ਦੱਸੋ। ਤੇ ਸਤਿਗੁਰੂ ਜੀਆਂ ਨੇ ਬਚਨ ਜਿਹੜੇ ਬਖਸ਼ਿਸ਼ ਕੀਤੇ ਉਸ ਨੂੰ ਮੁਕਤੀਨਾਮਾ ਕਿਹਾ ਜਾਂਦਾ ਹੈ। ਮੁਕਤੀ ਦੇਣ ਵਾਲੇ ਬਚਨ। ਪਿਛਲੇ ਕੁਝ ਦਿਨਾਂ ਤੋਂ ਆਪਾਂ ਇਹ ਜਿਹੜਾ ਇਤਿਹਾਸ ਹੈ ਉਹ ਸਰਵਣ ਕਰ ਰਹੇ ਹਾਂ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ ਮਨ ਦੇ ਧਿਆਨ ਨੂੰ ਟਿਕਾਈਏ। ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਤ ਕਾਰਜ ਗੁਰ ਭਾਵ ਹਿਤ ਹੋਏ ਭਾਵਨੀ ਪੂਰ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਜਿਸ ਕਾਰਜ ਲਈ ਗੁਰਾਂ ਵਿੱਚ ਪ੍ਰੇਮ ਕਰਦਾ ਹੈ। ਮਹਾਰਾਜ ਜੀ ਦਾ ਬਚਨ ਹੈ ਨਾ ਕਾਮ ਪਰੈ ਤੇ ਸਿਮਰੀਐ। ਜਦੋਂ ਕੰਮ ਪੈ ਜਾਂਦਾ ਨਾ ਰੱਬ ਦੇ ਨਾਲ ਖੁਦਾ ਦੇ ਨਾਲ ਉਦੋਂ ਰੱਬ ਨੂੰ ਚੇਤੇ ਕਰਦਾ ਉਦੋਂ ਬੜੀ ਭਾਵਨਾ ਬਣਦੀ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿਸ ਕੰਮ ਵਾਸਤੇ ਭਾਵਨਾ ਰੱਖਦਾ ਤੇ ਭਾਵਨਾ ਰੱਖ ਕੇ ਗੁਰੂ ਦੀ ਸੇਵਾ ਕਰਦਾ ਹੋਏ ਭਾਵਨੀ ਪੂਰ ਉਹ ਭਾਵਨਾ ਪੂਰੀ ਹੋ ਜਾਂਦੀ ਹੈ। ਮਨਸਾ ਧਾਰ ਜੋ ਘਰ ਤੇ ਆਵੈ ਸਾਧ ਸੰਗਤ ਜਨਨ ਮਰਨ ਮਿਟਾਵੈ। ਕੋਈ ਇੱਛਾ ਰੱਖ ਕੇ ਚੱਲ ਪਿਆ ਨਾ ਆਪਣੇ ਘਰ ਤੋਂ ਵੀ ਗੁਰੂ ਦੀ ਸੰਗਤ ਵਿੱਚ ਚੱਲਿਆ ਮੇਰੀ ਇਹ ਇੱਛਾ ਹੈ ਮੇਰਾ ਇਹ ਮਨੋਰਥ ਹੈ
ਤੇ ਸਾਧ ਸੰਗਤ ਵਿੱਚ ਆ ਕੇ ਉਹ ਮਨੋਰਥ ਪੂਰਾ ਹੁੰਦਾ, ਇੱਛਾ ਪੂਰੀ ਹੋ ਜਾਂਦੀ ਹੈ। ਸਤਿਗੁਰੂ ਕਹਿਣ ਲੱਗੇ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਗੁਰੂ ਦੀ ਸੇਵਾ ਕੀਤੀ, ਮੇਰਾ ਇਹ ਕਾਰਜ ਹੋ ਜਾਵੇ, ਫਿਰ ਉਹ ਕਾਰਜ ਜਿਹੜਾ ਹੈ ਮੁਕੰਮਲ ਹੋ ਜਾਂਦਾ ਹੈ। ਹਾਂ ਸਿਦਕ ਸਾਬਤ ਭਇਓ ਆਗੇ। ਮਹਾਰਾਜ ਕਹਿਣ ਲੱਗੇ ਇੱਥੇ ਜਿਹਦਾ ਸਿਦਕ ਸਾਬਤ ਹੈ, ਗੁਰਮੁਖੋ ਸਿਦਕ ਨਾਮ ਵੀ ਭਰੋਸੇ ਦਾ ਹੀ ਹੈ, ਜਿਹਦਾ ਇੱਥੇ ਭਰੋਸਾ ਪੂਰਾ ਹੈ, ਗੁਰੂ ਦੇ ਉੱਪਰ ਜਿਸ ਨੇ ਭਰੋਸਾ ਰੱਖਿਆ ਹੈ, ਆਗੇ ਸੁਖ ਭਰਪੂਰ। ਇੱਥੇ ਵੀ ਉਸ ਦੀ ਬਾਂਹ ਗੁਰੂ ਨੇ ਫੜ ਲਈ ਹੈ ਅਤੇ ਪਰਲੋਕ ਦੇ ਵਿੱਚ ਵੀ ਗੁਰੂ ਉਸ ਦੀ ਬਾਂਹ ਫੜੇਗਾ। ਪਰ ਜਿਹਨੂੰ ਗੁਰੂ ਦੇ ਉੱਪਰ ਭਰੋਸਾ ਆਇਆ ਹੈ, ਭਰੋਸੇ ਦਾ ਬਚਨ ਇਹ ਨਹੀਂ ਹੈ ਕਿ ਸਾਨੂੰ ਕੋਈ ਵਸਤੂ ਮਿਲਦੀ ਪਈ ਹੈ ਫਿਰ ਤੇ ਸਾਨੂੰ ਭਰੋਸਾ ਹੈ। ਗੁਰੂ ਬੜਾ ਚੰਗਾ ਹੈ, ਗੁਰੂ ਬੜਾ ਦਿਆਲੂ ਹੈ। ਜਦੋਂ ਕੋਈ ਸਾਡੇ ਕੋਲੋਂ ਵਸਤੂ ਜਾਂਦੀ ਪਈ ਹੈ ਫਿਰ ਗੁਰੂ ਮਾੜਾ ਹੈ, ਫਿਰ ਗੁਰੂ ਨਿਰਦਈ ਹੈ, ਗੁਰੂ ਮੇਰੇ ਦੁੱਖ ਨੂੰ ਵੇਖਦਾ ਨਹੀਂ ਹੈ। ਇਹ ਸਾਡੇ ਮਨ ਵਿੱਚ ਵਿਚਾਰ ਆ ਜਾਂਦਾ। ਜੇ ਤੇ ਪਦਾਰਥ ਮਿਲਦਾ ਪਿਆ, ਸ਼ਰਧਾ ਵੀ ਬਣੀ ਰਹੇਗੀ, ਨੇਮ ਵੀ ਬਣਿਆ ਰਹੇਗਾ, ਖੁਸ਼ੀ ਵੀ ਬਣੀ ਰਹੇਗੀ, ਸੰਗਤ ਵੀ ਚੰਗੀ ਲੱਗਦੀ ਹੈ। ਪਰ ਰੱਬ ਨਾ ਕਰੇ ਕਿਤੇ ਕੋਈ ਘਾਟਾ ਪੈ ਜਾਵੇ ਜਾਂ ਜਿਹੜੀ ਵਸਤੂ ਅਸੀਂ ਚਾਹੁੰਦੇ ਹਾਂ ਉਹ ਸਾਨੂੰ ਨਾ ਮਿਲੇ, ਫਿਰ ਬੰਦਾ ਇਹ ਗੱਲ ਕਹਿੰਦਾ ਮੈਨੂੰ ਕੀ ਮਿਲਿਆ ਹੈ, ਮੈਨੂੰ 6 ਮਹੀਨੇ ਹੋ ਗਏ, ਮੈਨੂੰ ਸਾਲ ਹੋ ਗਿਆ, ਮੈਨੂੰ 5 ਸਾਲ ਹੋ ਗਏ, ਗੁਰਦੁਆਰੇ ਜਾਂਦੇ, ਮੰਦਰ ਜਾਂਦੇ, ਪੂਜਾ ਕਰਦੇ, ਪਾਠ ਕਰਦੇ, ਸਾਰਾ ਕੁਝ ਮੈਂ ਕਰਦਾ, ਮੈਨੂੰ ਕੀ ਮਿਲਿਆ ਹੈ। ਮੇਰੀ ਤੇ ਰੱਬ ਸੁਣਦਾ ਹੀ ਨਹੀਂ ਹੈ, ਮੈਨੂੰ ਤੇ ਲੱਗਦਾ ਵੀ ਰੱਬ ਹੈ ਹੀ ਨਹੀਂ ਹੈ। ਇਹ ਬਚਨ ਉਹ ਹੈ ਜੇ ਤੇ ਭਾਵਨਾ ਪੂਰੀ ਹੋਈ ਤੇ ਸ਼ਰਧਾ, ਨਹੀਂ ਪੂਰੀ ਹੋਈ ਤੇ ਨਿਸ਼ਰਧਕ ਹੈ। ਸਤਿਗੁਰੂ ਕਹਿਣ ਲੱਗੇ ਨਹੀਂ, ਤੇਰੀ ਭਾਵਨਾ ਪਦਾਰਥ ਮਿਲਦਾ ਹੈ ਤਾਂ ਵੀ ਉਹੀ ਰਵੇ, ਪਦਾਰਥ ਨਹੀਂ ਮਿਲਦਾ ਹੈ ਤਾਂ ਵੀ ਭਾਵਨਾ ਉਹੀ ਰਵੇ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਕਈ ਵਾਰੀ ਕੀ ਹੁੰਦਾ ਹੈ, ਪਦਾਰਥ ਨਾ ਮਿਲੇ ਉਹਦੇ ਵਿੱਚ ਭਲਾ ਹੈ, ਗੁਰੂ ਜਾਣਦਾ ਆਹ ਵਸਤੂ ਇਹਦਾ ਨੁਕਸਾਨ ਕਰੇਗੀ, ਨਹੀਂ ਮਿਲੀ ਹੈ। ਪਰ ਹਮ ਭਲੋ ਨਾ ਜਾਣੈ, ਸਾਨੂੰ ਉਹ ਵਸਤੂ ਜਿਹੜੀ ਹੈ ਉਹ ਭਲੀ ਨਹੀਂ ਲੱਗੀ, ਚੰਗੀ ਨਹੀਂ ਲੱਗੀ, ਮਹਾਰਾਜ ਨੇ ਦਿੱਤਾ ਕਿਉਂ ਨਹੀਂ ਹੈ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਸਤਿਗੁਰੂ ਆਪ ਜੀ ਸਦਾ ਵਾਸਤੇ ਦਿਆਲਤਾ ਕਰਦੇ ਹੋ, ਬਖਸ਼ਿਸ਼ ਕਰਦੇ ਹੋ, ਤੁਸੀਂ ਸਾਡਾ ਭਲਾ ਕਰਦੇ ਹੋ। ਪਰ ਕਈ ਵਾਰੀ ਅਸੀਂ ਜਿੱਦ ਕਰ ਲੈਂਦੇ ਕਿ ਨਹੀਂ ਇਹ ਕਾਰਜ ਤੇ ਹੋਣਾ ਚਾਹੀਦਾ ਹੈ, ਤੇ ਫਿਰ ਜਦੋਂ ਜਿੱਦ ਕਰ ਲਈਦੀ ਹੈ ਫਿਰ ਉਹ ਪਦਾਰਥ ਕਈ ਵਾਰੀ ਦੁੱਖ ਰੂਪ ਹੋ ਜਾਂਦਾ ਹੈ, ਘਾਟੇ ਦਾ ਸੌਦਾ ਬਣ ਜਾਂਦਾ ਹੈ। ਪਰ ਉਹ ਬਚਨ ਨੂੰ ਅਸੀਂ ਉਸ ਵੇਲੇ ਸਮਝ ਨਹੀਂ ਸਕੇ, ਸਮਝ ਨਹੀਂ ਪਾਏ ਜਿਸ ਵੇਲੇ ਬਚਨ ਸਮਝਣਾ ਹੈ। ਸੋ ਭਈ ਸਿੱਖ ਕੋ ਆਧਾ ਨਾਮ ਨਾ ਲੈ। ਕਦੇ ਵੀ ਕਿਸੇ ਵੀ ਸਿੱਖ ਦਾ ਅੱਧਾ ਨਾਮ ਨਹੀਂ ਲੈਣਾ ਹੈ। ਅੱਜ ਕੱਲ੍ਹ ਤੇ ਇੱਕ ਫੈਸ਼ਨ ਬਣ ਗਿਆ ਨਾ, ਵੱਡੇ ਨਾਮ ਨੂੰ ਨਿੱਕਾ ਜਿਹਾ 2 ਅੱਖਰਾਂ ਦਾ ਬਣਾ ਦਿੱਤਾ, ਜਾਂ ਪੂਰੇ ਨਾਮ ਨੂੰ ਅੱਧਾ ਨਾਮ। ਮੰਨ ਲਓ ਨਾਮ ਹੈ ਲਖਵਿੰਦਰ ਸਿੰਘ, ਕਹਿ ਦਿੱਤਾ ਸਿੱਧਾ ਹੀ ਲੱਖਾ, ਅੱਧੇ ਤੋਂ ਵੀ ਅੱਧਾ ਹੋ ਗਿਆ। ਕਿਸੇ ਵੀ ਸਿੱਖ ਦਾ ਅੱਧਾ ਨਾਮ ਨਾ ਲਵੇ, ਨਾਮ ਦੇ ਨਾਲ ਸਿੰਘ ਸ਼ਬਦ ਬੁਲਾ ਕੇ ਪੂਰਾ ਨਾਮ ਲਵੇ। ਰਹਿਤਨਾਮਿਆਂ ਦਾ ਬਚਨ ਇਹ ਹੈ, ਅੱਧਾ ਨਾਮ ਲੈਣ ਵਾਲਾ ਤਨਖਾਹੀਆ ਹੈ, ਉਹ ਗੁਰੂ ਦਾ ਦੇਣਦਾਰ ਹੈ। ਜਿਹੜਾ ਗੁਰੂ ਦੇ ਸਿੱਖ ਦਾ ਅੱਧਾ ਨਾਮ ਲੈਂਦਾ ਹੈ ਉਹ ਗੁਰੂ ਦਾ ਤਨਖਾਹੀਆ, ਗੁਰੂ ਦਾ ਦੇਣਦਾਰ ਹੈ। ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਤਿਕਾਰ ਦਿੰਦਿਆਂ ਹੋਇਆਂ ਨਾਮ ਸਿੱਖ ਦਾ ਪੂਰਾ ਲੈਣਾ ਹੈ। ਇਹ 10ਵੇਂ ਪਾਤਸ਼ਾਹ ਦੇ ਬਚਨ ਨੇ, ਮੁਕਤੀਨਾਮੇ ਦੇ ਲਿਖੇ ਹੋਏ ਨੇ ਮਹਾਰਾਜ ਵੱਲੋਂ ਕਿ ਸਿੱਖ ਦਾ ਅੱਧਾ ਨਾਮ ਨਾ ਲੈਣਾ ਕਰੇ। ਲੈ ਜੋ ਜਮ ਕੇ ਵਸ ਹੋਏ ਤੇ। ਕਿਸੇ ਸਿੱਖ ਨੇ ਉੱਠ ਕੇ ਪੁੱਛ ਲਿਆ, ਮਹਾਰਾਜ ਜੇ ਕੋਈ ਲੈਂਦਾ ਹੈ ਤੇ ਫਿਰ, ਕਿਉਂਕਿ ਅਸੀਂ ਦੂਜਾ ਪਾਸਾ ਵੀ ਜਾਣਨਾ ਚਾਹੁੰਦੇ ਹਾਂ ਵੀ ਮੰਨ ਲਓ ਮੈਨੂੰ ਆਦਤ ਪੱਕ ਗਈ ਹੈ, ਇਹ ਲੈਂਦੀ ਨਹੀਂ ਹੈ, ਮੇਰਾ ਤੇ ਕੰਮ ਹੀ ਹੈ ਮਖੌਲ ਕਰਨਾ, ਅੱਧਾ ਨਾਮ ਲੈ ਕੇ ਨਿਰਾਦਰ ਕਰਨਾ।
ਮਹਾਰਾਜ ਜੇ ਕੋਈ ਬੰਦਾ ਅੱਧਾ ਨਾਮ ਲਵੇ ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ। ਜੇ ਕੋਈ ਅੱਧਾ ਨਾਮ ਲੈਂਦਾ ਹੈ ਤੇ ਲਵੇ, ਪਰ ਹੋਵੇਗਾ ਕਿ ਉਹ ਵਿਅਕਤੀ ਫਿਰ ਜਮਾਂ ਦੇ ਵੱਸ ਪੈ ਜਾਵੇਗਾ, ਜਮਦੂਤ ਲੈ ਕੇ ਜਾਣਗੇ। ਹੁਣ ਫੈਸਲਾ ਸਾਡੇ ਹੱਥ ਹੈ ਵੀ ਜੇ ਤਾਂ ਜਮਾਂ ਦੀ ਮਾਰ ਖਾਣੀ ਹੈ, ਗਰਮ ਚਿਮਟੇ ਪਿੰਡੇ ਦੇ ਉੱਪਰ ਸਹਿਣੇ ਨੇ, ਫਿਰ ਤੇ ਅੱਧਾ ਨਾਮ ਲੈ ਲਿਆ ਕਰੋ। ਤੇ ਜੇ ਆਪਾਂ ਚਾਹੁੰਦੇ ਹਾਂ ਵੀ ਜਮ ਨਾ ਵੇਖਣੇ ਪੈਣ, ਜਮਦੂਤ ਨਾ ਆਵੇ ਨੇਰੇ, ਤੇ ਫਿਰ ਅੱਧਾ ਨਾਮ ਨਹੀਂ ਲੈਣਾ ਹੈ। ਮਹਾਰਾਜ ਨੇ ਦੋਨੇ ਰਸਤੇ ਵਿਖਾਏ। ਪੂਰਾ ਨਾਮ ਲਵੇਂਗਾ, ਗੁਰੂ ਦੇ ਸਿੱਖ ਦਾ ਸਤਿਕਾਰ ਕਰੇਗਾ, ਤੇ ਮਹਾਰਾਜ ਕਹਿਣ ਲੱਗੇ ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਇਹ ਗੁਰਬਾਣੀ ਦਾ ਬਚਨ ਹੈ। ਤੂੰ ਇਹ ਨਾ ਵੇਖਿਆ ਕਰ ਵੀ ਫਲਾਣੇ ਸਿੱਖ ਦੇ ਵਿੱਚ ਇੰਨੇ ਔਗਣ ਨੇ। ਔਗਣ ਵੇਖਣ ਵਾਲਾ ਸੁਭਾਅ ਕੀੜੀ ਦਾ ਹੈ, ਕੀੜੀ ਵੇਖਦੀ ਹੈ ਨਿਉਣ ਵਾਲੀ ਜਗ੍ਹਾ, ਔਗਣ ਵਾਲੀ ਜਗ੍ਹਾ। ਔਗਣ ਨਾ ਦੇਖਿਆ ਕਰ, ਤੂੰ ਗੁਰੂ ਦਾ ਸਿੱਖ ਜਾਣ ਕੇ ਸਤਿਕਾਰ ਕਰਿਆ ਕਰ ਤੇ ਨਾਮ ਪੂਰਾ ਲਿਆ ਕਰ। ਜਦੋਂ ਤੂੰ ਗੁਰੂ ਦੇ ਸਿੱਖ ਨੂੰ ਜੀ ਆਇਆ ਕਵੇਂਗਾ ਨਾ, ਸਤਿਕਾਰ ਦੇਵੇਂਗਾ। ਤੇ ਮਹਾਰਾਜ ਕਹਿਣ ਲੱਗੇ ਜੇ ਕੋ ਜੀਓ ਕਹੈ ਉਹਨਾਂ ਕੋ, ਜਿਹੜਾ ਰੱਬ ਦੇ ਪਿਆਰਿਆਂ ਨੂੰ ਜੀ ਕਹਿੰਦਾ, ਜਮ ਕੀ ਤਲਬ ਨਾ ਹੋਈ। ਉਹ ਜਮਾਂ ਦੇ ਦਰਬਾਰ ਵਿੱਚ ਤਲਬ ਨਹੀਂ ਕੀਤੇ ਜਾਣਗੇ, ਪੇਸ਼ ਨਹੀਂ ਕੀਤੇ ਜਾਣਗੇ। ਤੇ ਜੇ ਕੋਈ ਅੱਧਾ ਨਾਮ ਲਵੇ ਤੇ ਫਿਰ ਜਮ ਵੀ ਤਿਆਰ ਬੈਠਾ, ਉਧਰ ਵੀ ਆਪ ਮੈਂ ਤੇ ਪਹਿਲਾਂ ਹੀ ਹੱਥਾਂ ਨੂੰ ਤੇਲ ਲਾਇਆ, ਮੇਰਾ ਤੇ ਆਪ ਮਾਰਨ ਨੂੰ ਜੀ ਕਰਦਾ। ਗੁਰੂ ਕੇ ਸਿੱਖ ਨੂੰ ਮਾੜੇ ਸ਼ਬਦ ਨਾਲ ਸੰਬੋਧਨ ਨਹੀਂ ਕਰਨਾ, ਪਰ ਆਪਾਂ ਤੇ ਕਹਿ ਦਿੰਦੇ ਆ ਫਲਾਣਾ ਤੇ ਮਸੰਦ ਹੈ। ਅੱਧਾ ਨਾਂ ਲੈਣਾ ਤੇ ਦੂਰ ਦੀ ਗੱਲ ਹੈ, ਅਸੀਂ ਤੇ ਗੁਰੂ ਦੇ ਸਿੱਖ ਨੂੰ ਮਸੰਦ ਕਹਿ ਦਿੰਦੇ, ਇਹ ਤੇ ਮਸੰਦ ਹੈ। ਮਹਾਰਾਜ ਕਹਿਣ ਲੱਗੇ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਇਸ ਕਰਕੇ ਇਸ ਬਚਨ ਦਾ ਚੇਤਾ ਰੱਖਣਾ ਹੈ। ਬਿਨਾ ਵਿਆਹ ਬਿਨ ਪਠੇ ਆਨੰਦ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਨੰਦ ਕਾਰਜ ਤੋਂ ਬਿਨਾ ਵਿਆਹ ਨਾ ਕਰਵਾਵੇ। ਵਿਆਹ ਜਿਹੜਾ ਹੈ, ਦੁਨੀਆ ਵਿੱਚ ਕਈ ਰਸਮਾਂ ਚੱਲ ਪਈਆਂ, ਮਰਿਆਦਾਵਾਂ ਚੱਲ ਪਈਆਂ, ਖਾਸ ਕਰਕੇ ਸਿੱਖਾਂ ਵਿੱਚ ਬਹੁਤੀਆਂ ਚੱਲ ਪਈਆਂ। ਸਿੱਖ ਵਿਆਹ ਕਰਦਾ, ਸਾਰਿਆਂ ਧਰਮਾਂ ਦੇ ਰਿਵਾਜ ਰੀਤੀਆਂ ਮਨਾਉਂਦਾ ਹੈ। ਗਲਾਂ ਦੇ ਵਿੱਚ ਮਾਲਾ ਪਾਉਣੀ, ਇਹ ਰਿਵਾਜ ਸਿੱਖ ਧਰਮ ਦਾ ਨਹੀਂ ਹੈ, ਇਹ ਮਰਿਆਦਾ ਸਿੱਖ ਧਰਮ ਦੀ ਨਹੀਂ ਹੈ। ਅੱਜ ਤੁਸੀਂ ਪੈਲਸਾਂ ਵਿੱਚ ਜਿੰਨੇ ਵਿਆਹ ਹੁੰਦੇ, ਕੋਈ ਹੈ ਨਹੀਂ ਤੇ ਉਹ ਜੈਮਾਲਾ ਦੀ ਰਸਮ ਉੱਥੇ ਕੀਤੀ ਜਾਂਦੀ ਹੈ। ਈਸਾਈ ਕਰਦੇ ਨੇ, ਹੱਥ ਵਿੱਚ ਗਹਿਣਾ ਪਾ ਦਿੰਦੇ, ਕੋਈ ਮੁੰਦਰੀ, ਕੋਈ ਛਾਪ, ਕੋਈ ਛੱਲਾ, ਉਹਨਾਂ ਦਾ ਇਹ ਵਿਆਹ। ਤੇ ਸਾਡੇ ਵਾਲੇ ਵੀ ਇਸੇ ਤਰ੍ਹਾਂ ਹੀ ਕਰਦੇ। ਅਸੀਂ ਸਾਰੇ ਧਰਮਾਂ ਦੇ ਰੀਤੀ ਰਿਵਾਜ ਮਨਾਈ ਜਾਂਦੇ। ਮਹਾਰਾਜ ਨੇ ਆਖਿਆ ਵਿਆਹ ਆਨੰਦ ਕਾਰਜ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਕਰੇ। ਇਹ ਮੁਕਤੀਨਾਮੇ ਦਾ ਬਚਨ ਹੈ ਕਿ ਗੁਰੂ ਕਾ ਸਿੱਖ ਜਿਹੜਾ ਵਿਆਹ ਹੈ, ਉਹ ਆਨੰਦ ਕਾਰਜ ਜਿਹੜਾ ਹੈ ਉਹ ਗੁਰੂ ਦੀ ਹਜ਼ੂਰੀ ਤੋਂ ਬਿਨਾਂ ਨਾ ਕਰੇ। ਇਸ ਬਚਨ ਦੇ ਉੱਪਰ ਪਹਿਰਾ ਦੇਣਾ ਕਰੇ। ਹਰ ਤ੍ਰੈ ਰਮੈ ਨ ਹੇਤ ਆਨੰਦ। ਪਰ ਗੁਰਮੁਖੋ ਸਮਾਂ ਬੜਾ ਭਿਆਨਕ ਹੈ, ਬੜਾ ਪੁੱਠਾ ਚੱਲਦਾ ਪਿਆ। ਅੱਜ ਕੱਲ੍ਹ ਵਿਆਹ ਕਰਵਾਇਆ ਜਾਂਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਆ ਕੇ, ਕੇਵਲ ਲੋਕਾਂ ਨੂੰ ਵਿਖਾਉਣ ਵਾਸਤੇ, ਲੋਕਾਂ ਨੂੰ ਦੱਸਣ ਵਾਸਤੇ। ਭਾਵੇਂ ਕਿ ਉਹ ਲੜਕੀ ਲੜਕਾ ਪਹਿਲਾਂ ਹੀ ਕਈ ਸਾਲ ਤੋਂ, ਕਈ ਮਹੀਨਿਆਂ ਤੋਂ ਇਕੱਠੇ ਰਹਿ ਰਹੇ ਨੇ, ਪਰ ਇਹ ਇੱਕ ਦੁਨੀਆ ਨੂੰ ਵਿਖਾਉਣਾ ਹੈ ਕਿ ਲੋਕ ਹੁਣ ਉਂਗਲਾਂ ਚੁੱਕਦੇ, ਮਾੜਾ ਚੰਗਾ ਬੋਲਦੇ। ਹੁਣ ਦੁਨੀਆ ਦਾ ਮੂੰਹ ਬੰਦ ਕਰਨਾ, ਚਲੋ ਗੁਰੂ ਘਰੇ ਚੱਲੀਏ, ਉੱਥੇ ਲਾਵਾਂ ਲੈ ਲਈਏ। ਲਾਵਾਂ ਹੁੰਦੀਆਂ ਨੇ ਪਵਿੱਤਰ ਸਰੀਰ ਦੀਆਂ। ਲਾਵਾਂ ਲੈਣ ਤੋਂ ਬਾਅਦ ਵਿੱਚ ਗ੍ਰਸਥ ਧਰਮ ਵਿੱਚ ਪੈਰ ਰੱਖਣਾ, ਗ੍ਰਸਤੀ ਬਣਨਾ। ਪਰ ਅੱਜ ਕੱਲ੍ਹ ਦਾ ਸਮਾਂ ਬੜਾ ਭਿਆਨਕ ਹੈ। ਸਭ ਕੁਝ ਪਹਿਲਾਂ ਹੈ, ਆਨੰਦ ਕਾਰਜ ਬਾਅਦ ਵਿੱਚ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਦਾ ਕਾਰਜ ਕਰਨ ਵਾਲਾ ਸਿੱਖ ਨਹੀਂ ਹੈ। ਇਹਦਾ ਹਿਸਾਬ ਵੀ ਗੁਰੂ ਨੂੰ ਦੇਣਾ ਪਵੇਗਾ। ਗੁਰੂ ਕੋਲ ਬਾਅਦ ਵਿੱਚ ਆਇਆ, ਆਪਣੀ ਮਰਜ਼ੀ, ਆਪਣੇ ਫੈਸਲੇ ਪਹਿਲਾਂ ਕੀਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵਿਆਹ ਆਨੰਦ ਕਾਰਜ ਤੋਂ ਬਿਨਾਂ ਵਿਆਹ ਨਾ ਸੰਪੂਰਨ ਕਰਵਾਵੇ।
ਅਤੇ ਆਪਣੇ ਸਵਾਦ ਵਾਸਤੇ, ਆਪਣੇ ਸੁਖ ਵਾਸਤੇ ਸੰਸਾਰਕ ਵਿਕਾਰਾਂ ਨੂੰ ਨਾ ਭੋਗਣਾ ਕਰੇ। ਨੈ ਸੁਪਤੈ ਸਿੱਖ ਸੰਜ ਸਵੇਰੇ। ਦੂਜਾ ਬਚਨ ਇਹ ਹੈ, ਸਾਡਾ ਸਿੱਖ ਨਾ ਸ਼ਾਮ ਨੂੰ ਸੌਵੇਂ ਤੇ ਨਾ ਦਿਨੇ ਸੌਵੇਂ। ਹੁਣ ਬਚਨ ਇਹ ਹੈ, ਇਹਦੇ ਬਚਨ ਸਾਨੂੰ ਚਲੋ ਪਤਾ ਲੱਗ ਗਿਆ ਵੀ ਦਿਨੇ ਨਹੀਂ ਸੌਣਾ ਚਾਹੀਦਾ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ। ਕਿਉਂ? ਕਿਉਂਕਿ ਇਸ਼ਨਾਨ ਕਰਨਾ, ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ। ਜੇ ਅੰਮ੍ਰਿਤ ਵੇਲੇ ਉੱਠਾਂਗੇ ਨਹੀਂ, ਇਸ਼ਨਾਨ ਨਹੀਂ ਹੋਵੇਗਾ, ਬਾਣੀ ਨਹੀਂ ਪੜ੍ਹੀ ਜਾਏਗੀ। ਪਰ ਉਹਦੇ ਨਾਲ ਬਚਨ ਇਹ ਹੈ ਵੀ ਸ਼ਾਮ ਨੂੰ ਵੀ ਨਾ ਸੌਵੇਂ। ਸੂਰਜ ਅਸਤ ਹੁੰਦਾ ਪਿਆ, ਛਿਪਦਾ ਪਿਆ ਨਾ, ਉਸ ਵੇਲੇ ਵੀ ਸੌਵੇਂ ਨਾ। ਉਹਦਾ ਕਾਰਨ ਇੱਕ ਤੇ ਤੇਰਾ ਰਹਿ ਰਾਸ ਦਾ ਸਮਾਂ ਲੰਘ ਜਾਣਾ, ਤੂੰ ਸੌਂ ਗਿਆ, ਰਹਿ ਰਾਸ ਨਹੀਂ ਹੋਵੇਗੀ। ਸੱਚਖੰਡ ਦਾ ਦਰਵਾਜ਼ਾ ਖੁੱਲ੍ਹਾ ਹੈ। ਬਚਨ ਪੜ੍ਹਿਆ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਸੱਚਖੰਡ ਦੇ ਤਖਤੇ ਖੁੱਲ੍ਹੇ, ਰਹਿ ਰਾਸ ਦਾ ਪਾਠ ਹੁੰਦਾ ਪਿਆ। ਇੱਕ ਤੇ ਸ਼ਾਮ ਨੂੰ ਸੌਵੇਂਗਾ ਤੇ ਬਚਨ ਇਹ ਹੈ ਵੀ ਤੇਰੇ ਕੋਲੋਂ ਰਹਿ ਰਾਸ ਦਾ ਪਾਠ ਛੁੱਟ ਜਾਣਾ। ਦੂਜਾ ਕਾਰਨ ਇਹ ਹੈ, ਜੇ ਤੂੰ ਸ਼ਾਮ ਨੂੰ ਸੌਂ ਗਿਆ, ਮੰਨ ਲਓ 4 ਵਜੇ 5 ਵਜੇ ਸੌਂ ਜਾਂਦਾ, 2-3 ਘੰਟੇ ਦੀ ਨੀਂਦ ਲੈ ਵੀ ਲਵੇਂਗਾ, ਫਿਰ ਤੈਨੂੰ ਰਾਤ ਨੂੰ ਛੇਤੀ ਨੀਂਦ ਨਹੀਂ ਆਵੇਗੀ। ਰਾਤ ਦੀ ਨੀਂਦ ਤੇਰੀ ਲੇਟ ਹੋ ਜਾਵੇਗੀ, ਫਿਰ ਤੈਨੂੰ ਨੀਂਦ ਆਵੇਗੀ 12-1 ਵਜੇ ਜਾ ਕੇ, 2 ਵਜੇ ਜਾ ਕੇ। ਤੇ ਜਿਹੜਾ 12-1 ਵਜੇ ਜਾ ਕੇ ਸੌਵੇਂਗਾ ਉਹ ਤੇ ਫਿਰ ਤੜਕੇ ਉੱਠਿਆ ਹੀ ਲਓ, ਉਹ ਤੇ ਫਿਰ ਉੱਠ ਹੀ ਪਏਗਾ, ਤੜਕੇ ਨਹੀਂ ਉੱਠਿਆ ਜਾਏਗਾ। ਸੰਤ ਮਸਕੀਨ ਸਿੰਘ ਜੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਬਚਨ ਕਰਦੇ, ਕਹਿਣ ਲੱਗੇ, ਮੈਂ ਕਿਤੇ ਵੀ ਕਥਾ ਕਰਨ ਜਾਵਾਂ, ਮੈਂ ਬੇਨਤੀ ਇਹ ਕਰਦਾ ਸਾਰਿਆਂ ਨੂੰ ਵੀ 10 ਵਜੇ ਮੈਨੂੰ ਸਮਾਪਤੀ ਦੇ ਦਿਆ ਕਰੋ, 10 ਵਜੇ ਤੋਂ ਬਾਅਦ ਵਿੱਚ ਮੈਂ ਕਥਾ ਨਹੀਂ ਕਰਾਂਗਾ। ਪੁੱਛਿਆ ਵੀ ਕਿਉਂ? ਰਾਤ ਨੂੰ ਤੇ ਕੀਰਤਨ ਦਰਬਾਰ ਹੁੰਦੇ, ਰਹਿਣ ਸਬਾਈ ਕੀਰਤਨ ਦਰਬਾਰ ਹੁੰਦੇ, ਕੀਰਤਨ ਹੁੰਦਾ, ਆਪ ਜੀ ਹਾਜ਼ਰੀ ਉਹਦੇ ਵਿੱਚ ਕਿਉਂ ਨਹੀਂ ਭਰਦੇ? ਕਹਿਣ ਲੱਗੇ, ਜੇ ਮੈਂ ਰਾਤ ਨੂੰ ਜਾਗਦਾ ਰਵਾਂਗਾ ਤੇ ਫਿਰ ਤੜਕੇ ਨਹੀਂ ਉੱਠਿਆ ਜਾਏਗਾ। ਇਸ ਕਰਕੇ ਮੈਂ ਟਾਈਮ ਨਾਲ ਸੌਣ ਦਾ ਆਦੀ ਹਾਂ, ਵੀ ਮੈਂ 10 ਵਜੇ ਤੱਕ, 9:30 9 ਤੱਕ ਸੌਂ ਜਾਵਾਂ, ਤਾਂ ਕਿ ਮੈਂ ਅੰਮ੍ਰਿਤ ਵੇਲੇ 3 ਵਜੇ ਉੱਠ ਪਵਾਂ, ਇਸ਼ਨਾਨ ਕਰਕੇ ਮੈਂ ਨਿਤਨੇਮ ਕਰ ਸਕਾਂ। ਜੇ ਸਾਰੀ ਰਾਤ ਜਾਗਦਾ ਰਿਹਾ ਫਿਰ ਤੜਕੇ ਤੇ ਨਹੀਂ ਨਾ ਉੱਠਿਆ ਜਾਵੇਗਾ। ਬਚਨ ਮਹਾਰਾਜ ਜੀਆਂ ਦਾ ਇਹ ਹੈ ਵੀ ਰਾਤ ਨੂੰ ਸ਼ਾਮ ਨੂੰ ਵੀ ਨਾ ਸੋਵੇ। ਜੇ ਨੀਂਦ ਆਉਂਦੀ ਹੈ ਥੋੜ੍ਹਾ ਸਮਾਂ ਜਰ ਲਵੇ, ਰਹਿ ਰਾਸ ਦਾ ਪਾਠ ਕਰਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਸੋਵੇ, ਤਾਂ ਕਿ ਤੜਕੇ ਵੀ ਉੱਠਿਆ ਜਾ ਸਕੇ। ਪਰ ਜੇ ਸ਼ਾਮ ਨੂੰ ਸੌਂ ਗਿਆ ਫਿਰ ਰਾਤ ਨੂੰ ਨੀਂਦ ਛੇਤੀ ਨਹੀਂ ਆਵੇਗੀ, ਰਾਤ ਨੂੰ ਸੌਵੇਂਗਾ ਨਹੀਂ ਤੇ ਦਿਨੇ ਉੱਠਿਆ ਨਹੀਂ ਜਾਏਗਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਿੱਧਾ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ ਨਾ, ਪ੍ਰਮਾਤਮਾ ਨੂੰ ਪਾਉਣ ਵਾਸਤੇ ਕੀ ਭੇਟ ਰੱਖੀ ਹੈ? ਤੇ ਸਤਿਗੁਰਾਂ ਨੇ ਜਵਾਬ ਦਿੱਤਾ ਸੀ ਵੀ ਅੰਮ੍ਰਿਤ ਵੇਲੇ ਦੀ ਭੇਟ ਸਭ ਤੋਂ ਵੱਡੀ ਅਮੁੱਲਕ ਭੇਟ ਹੈ, ਇਹਦਾ ਮੁੱਲ ਕੋਈ ਨਹੀਂ ਹੈ। ਗੁਰਮੁਖੋ, ਜਦੋਂ ਅਸੀਂ ਸਵੇਰੇ ਉੱਠਦੇ ਹਾਂ ਰੱਬ ਦਾ ਸ਼ੁਕਰ ਕਰਨਾ ਚਾਹੀਦਾ। ਪ੍ਰਮਾਤਮਾ ਤੇਰਾ ਧੰਨਵਾਦ, ਤੂੰ ਸਾਨੂੰ ਅੱਜ ਦਾ ਸੂਰਜ ਵਿਖਾਇਆ। ਨਹੀਂ ਤੇ ਕਈ ਸਰੀਰ ਉਹ ਨੇ ਜਿਹੜੇ ਰਾਤ ਨੂੰ ਸੁੱਤੇ ਹੀ ਸੌਂ ਗਏ, ਦਿਨ ਦਾ ਸੂਰਜ ਵੇਖ ਹੀ ਨਹੀਂ ਪਾਏ। ਜ਼ਿੰਦਗੀ ਵਿੱਚ ਦਿਨ ਚੜ੍ਹਿਆ ਨਹੀਂ ਹੈ, ਪਰ ਤੇਰੀ ਜ਼ਿੰਦਗੀ ਵਿੱਚ ਦਿਨ ਚੜ੍ਹਿਆ ਤੇ ਰੱਬ ਦਾ ਸ਼ੁਕਰਾਨਾ ਕਰ ਵੀ ਧੰਨਵਾਦ ਹੈ ਜੋ ਮੈਨੂੰ ਇੱਕ ਜ਼ਿੰਦਗੀ ਦਾ ਦਿਨ ਹੋਰ ਦੇ ਦਿੱਤਾ। ਸਾਡਾ ਸਿੱਖ ਸਾਂਝ ਜਾਂ ਸਵੇਰੇ ਸੋਵੇ ਨਾ, ਸਗੋਂ ਇਸ ਸਮੇਂ ਬਾਣੀ ਪੜ੍ਹੇ, ਨਾਮ ਜਪਣਾ ਕਰੇ। ਸੁੱਚ ਜੂਠ ਕੇ ਜਾਏ ਨਾ ਨੇਰੇ। ਅਗਲਾ ਬਚਨ ਮਹਾਰਾਜ ਜੀਆਂ ਦਾ, ਗੁਰਮੁਖੋ ਇਹ ਮੁਕਤੀਨਾਮੇ ਦੇ ਬਚਨ ਨੇ, ਸਾਡੇ ਪੱਲੇ ਬੰਨਣ ਵਾਲੇ ਨੇ। ਮਹਾਰਾਜ ਕਹਿਣ ਲੱਗੇ, ਅਸੁੱਚ ਜਿਹੜੀ ਵਸਤੂ ਸੁੱਚੀ ਨਹੀਂ ਹੈ, ਝੂਠੀ ਹੈ, ਝੂਠੀ ਵਸਤੂ ਦੇ ਕਦੇ ਨੇੜੇ ਨਾ ਜਾਵੇ, ਝੂਠੀ ਵਸਤੂ ਸਾਡਾ ਸਿੱਖ ਨਾ ਖਾਵੇ। ਵੈਸੇ ਤੇ ਜਿਹੜਾ ਕਲਯੁੱਗ ਦਾ ਯੁੱਗ ਹੈ ਨਾ, ਇਹ ਹੈ ਹੀ ਝੂਠ ਤੇ ਝੂਠ ਦਾ ਯੁੱਗ ਹੈ, ਪਰ ਸਾਡਾ ਸਿੱਖ ਝੂਠ ਤੇ ਝੂਠ ਤੋਂ ਪਰੇ ਰਵੇ, ਇਹਨਾਂ ਦੋਨਾਂ ਗੱਲਾਂ ਤੋਂ ਝੂਠ ਦੀ ਵਰਤੋਂ ਨਾ ਕਰੇ। ਸੁੱਚਾ ਭੋਜਨ ਬਣਾ ਕੇ ਉਸ ਭੋਜਨ ਨੂੰ ਛਕੇ, ਝੂਠੇ ਭੋਜਨ ਨੂੰ ਅੰਗੀਕਾਰ ਨਾ ਕਰੇ। ਜੇ ਕਰੇਗਾ ਤੇ ਉਹ ਦੁੱਖ ਦਾ ਪਾਤਰ ਬਣ ਜਾਵੇਗਾ, ਉਹ ਦੁਖੀ ਹੋ ਜਾਵੇਗਾ। ਤੇ ਬਚਨ ਇਹ ਹੈ ਕਿ ਉਸ ਬਚਨ ਦੀ ਕਮਾਈ ਕਰੇ, ਜੇ ਕਮਾਈ ਕਰੇਗਾ ਤੇ ਉਹਦਾ ਭਲਾ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਝੂਠ ਦੀ ਵਰਤੋਂ ਨਹੀਂ ਹੈ। ਪਰ ਗੁਰਮੁਖੋ, ਜੋ ਵੀ ਕੁਝ ਆਪਾਂ ਅੱਜ ਖਾਂਦੇ ਆ ਨਾ, ਅੱਜ ਦੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਵਿੱਚ ਖਾਣ ਤੋਂ ਬਿਨਾਂ, ਜਿਹੜਾ ਸਾਡੀ ਰਸੋਈ ਵਿੱਚ ਬਣਿਆ ਹੈ, ਉਹ ਛਕਣ ਤੋਂ ਬਿਨਾਂ ਜਿੰਨਾ ਵੀ ਅਸੀਂ ਬਾਹਰ ਖਾਂਦੇ ਹਾਂ, ਭਾਵੇਂ ਬਾਜ਼ਾਰ ਦੇ ਵਿੱਚ ਆ, ਹੋਟਲ ਦੇ ਵਿੱਚ ਆ, ਪੈਲਸ ਦੇ ਵਿੱਚ ਆ, ਕਿਤੇ ਵੀ ਖਾਂਦੇ ਆ,
ਇਹ ਮਤਾਂ ਕੋ ਸੋਚੇ ਵੀ ਮੈਂ ਬੜਾ ਸੁੱਚਾ ਖਾਂਦਾ ਪਿਆ, ਸੁੱਚਾ ਨਹੀਂ ਹੈ, ਨਿਰੀ ਝੂਠ ਖਾਧੀ ਹੈ। ਇੰਨੀ ਭੈੜੀ ਝੂਠ ਵੀ ਜੇ ਵੇਖ ਲਈਏ ਤੇ ਹੋ ਸਕਦਾ ਬੰਦੇ ਨੂੰ ਉਲਟੀ ਆ ਜਾਵੇ ਵੀ ਮੈਂ ਇੰਨਾ ਗੰਦਾ ਭੋਜਨ ਔਰ ਇੰਨਾ ਝੂਠਾ ਭੋਜਨ ਖਾਧਾ ਹੈ। ਸੁੱਚਾ ਭੋਜਨ ਉਹ ਹੈ ਜਿਹੜਾ ਤੇਰੀ ਰਸੋਈ ਵਿੱਚ ਬਣਿਆ ਹੈ, ਉਹ ਸੁੱਚਾ ਹੈ। ਇਹਦੇ ਤੋਂ ਬਿਨਾਂ ਜਿੰਨਾ ਵੀ ਤੂੰ ਬਾਹਰ ਖਾ ਕੇ ਆਇਆ, ਭਾਵੇਂ ਕਿੰਨਾ ਵੀ ਬਾਹਰ ਲਿਖਿਆ ਵੀ ਇਹ ਵੈਸ਼ਨੂ ਢਾਬਾ ਹੈ, ਇਹ ਖਾਲਸਾ ਢਾਬਾ ਹੈ, ਉਹ ਕੇਵਲ ਲਿਖਿਆ ਹੈ, ਉਹ ਹੈ ਨਹੀਂ, ਸੁੱਚਮ ਨਹੀਂ ਹੈ, ਝੂਠਾ ਭੋਜਨ ਹੈ। ਸਭ ਨੇ ਵਰਤਿਆ, ਝੂਠੇ ਭਾਂਡੇ ਨੇ, ਕੋਈ ਨਹੀਂ ਮਾਂਜਦਾ, ਕੋਈ ਨਹੀਂ ਧੋਂਦਾ। ਮਹਾਰਾਜ ਕਹਿਣ ਲੱਗੇ ਸਾਡਾ ਸਿੱਖ ਝੂਠ ਦੇ ਨੇੜੇ ਨਾ ਜਾਵੇ, ਝੂਠਾ ਭੋਜਨ ਨਾ ਛਕੇਗਾ। ਇਹ ਕਹਿਣ ਲੱਗੇ ਉਹ ਪਾਪ ਦਾ ਭਾਗੀ ਹੈ। ਰੱਖੈ ਨ ਕੇਸ ਖੁੱਲੇ ਕਰ ਜੂੜਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਅਗਲਾ ਬਚਨ ਹੈ ਵੀ ਆਪਣੇ ਕੇਸ ਕਦੇ ਸਿਰ ਦੇ ਖੁੱਲੇ ਨਾ ਰੱਖੇ। ਜਦੋਂ ਕੇਸੀ ਇਸ਼ਨਾਨ ਕਰਨਾ ਉਦੋਂ ਤੇ ਚਲੋ ਮੰਨ ਲਓ ਵੀ ਹਵਾ ਲਵਾਉਣੀ ਹੈ ਜਾਂ ਧੁੱਪ ਲਵਾਉਣੀ ਹੈ, ਥੋੜ੍ਹੇ ਸਮੇਂ ਵਾਸਤੇ ਆਪਣੇ ਘਰ ਵਿੱਚ ਬੈਠਾ ਹੈ, ਪਰ ਉਸ ਤੋਂ ਬਾਅਦ ਵਿੱਚ ਕਦੇ ਵੀ ਆਪਣੇ ਕੇਸ ਖੁੱਲੇ ਨਾ ਰੱਖੇ। ਕੇਸਾਂ ਦਾ ਜੂੜਾ ਕਰੇ, ਜੂੜਾ ਕਰਕੇ ਦਸਤਾਰ ਸਜਾਵੇ, ਪੱਗ ਬੰਨੇ। ਰਾਤ ਨੂੰ ਸੌਣ ਵੇਲੇ ਵੀ ਜੇ ਪੱਗ ਉਤਾਰੀ ਹੈ ਤੇ ਛੋਟੀ ਦਸਤਾਰ ਸਿਰ ਤੇ ਬੰਨ੍ਹ ਕੇ ਆਪਣਾ ਸਿਰ ਢਾਕੇ ਤੇ ਫਿਰ ਸੌਵੇ। ਸਾਨੂੰ ਕਈਆਂ ਨੂੰ ਇਹ ਆਦਤ ਹੁੰਦੀ ਹੈ ਕਿ ਪਰਨਾ ਜਿਹੜਾ ਸਿਰ ਤੇ ਬੱਧਾ ਛੋਟਾ ਜਿਹਾ ਉਹਨੂੰ ਟੋਪੀ ਦੇ ਵਾਂਗ ਫੜਿਆ ਤੇ ਥੱਲੇ ਲਾ ਦਿੱਤਾ ਤੇ ਵਾਲ ਖੋਲ ਕੇ ਅਸੀਂ ਰਾਤ ਨੂੰ ਸੌਂ ਜਾਂਦੇ। ਮਹਾਰਾਜ ਕਹਿਣ ਲੱਗੇ ਨਹੀਂ, ਇਹ ਸਿੱਖ ਦਾ ਜੀਵਨ ਨਹੀਂ ਹੈ। ਜੇ ਰਾਤ ਨੂੰ ਲੰਮੇ ਵੀ ਪੈਣਾ ਹੈ ਤੇ ਆਪਣੇ ਕੇਸਾਂ ਦਾ ਜੂੜਾ ਕਰਕੇ ਦਸਤਾਰ ਬੰਨ੍ਹ ਕੇ, ਤੇ ਜੇ ਦਿਨੇ ਕਿਤੇ ਜਾਣਾ ਆਉਣਾ ਫਿਰ ਤੇ ਦਸਤਾਰ ਬੰਨ੍ਹਣੀ ਹੈ। ਨੰਗੇ ਕੇਸ ਜਾਂ ਖੁੱਲੇ ਕੇਸ ਨਹੀਂ ਛੱਡਣੇ ਹਨ। ਤੇ ਦਸਵੰਧ ਗੁਰੂ ਕੋ ਰੂੜਾ। ਅਤੇ ਅਗਲਾ ਬਚਨ ਇਹ ਹੈ ਵੀ ਗੁਰੂ ਨੂੰ ਦਸਵੰਧ ਦੇਣਾ ਕਰੇ। ਜਿੰਨੀ ਦਸਾਂ ਨੋਹਾਂ ਦੀ ਕਿਰਤ ਕਰਦਾ ਉਹਦੇ ਵਿੱਚੋਂ 10ਵਾਂ ਹਿੱਸਾ ਉਹ ਗੁਰੂ ਨੂੰ ਦੇਣਾ ਹੈ, ਕਿਉਂਕਿ ਗੁਰੂ ਘਰ ਦੇ ਕਾਰਜ ਮਾਇਆ ਦੇ ਨਾਲ ਚੱਲਣਗੇ। ਮਾਇਆ ਆਵੇਗੀ ਤੇ ਪ੍ਰਬੰਧ ਚੱਲੇਗਾ। ਕਥਾ ਸਰਵਣ ਕਰਨ ਵਾਸਤੇ, ਕੀਰਤਨ ਸਰਵਣ ਕਰਨ ਵਾਸਤੇ, ਲੰਗਰ ਪ੍ਰਸ਼ਾਦਾ ਛਕਣ ਵਾਸਤੇ, ਸਾਰਿਆਂ ਵਾਸਤੇ ਮਾਇਆ ਦੀ ਲੋੜ ਹੈ। ਜਾਂ ਕੋਈ ਤੇਰੇ ਨੇੜੇ ਗਰੀਬ ਹੈ, ਲੋੜਵੰਦ ਹੈ, ਉਹਦੀ ਮਦਦ ਵੀ ਤੂੰ ਕਰ ਸਕਦਾ ਹੈ। ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਦੇਣਾ ਹੈ। ਮਹਾਰਾਜ ਜੀਆਂ ਦਾ ਬਚਨ ਹੈ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਧਰਮ ਦੀ ਕਿਰਤ ਕਰਦਿਆਂ ਹੋਇਆਂ ਉਹਦੇ ਵਿੱਚੋਂ ਕੁਝ ਮਾਇਆ ਕੱਢ ਕੇ ਦਸਵੰਧ ਦੇ ਰੂਪ ਵਿੱਚ ਦੇ ਕੇ ਭਲਾ ਮੰਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਇਹ ਭਲਾ ਮੰਗ ਲਵੇ। ਐਸਾ ਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ। ਕਰਹਿ ਦੰਤ ਧਾਵਨ ਜਲ ਸਾਥਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਅਗਲਾ ਬਚਨ ਇਹ ਕਰਦੇ ਵੀ ਸਾਡਾ ਜਿਹੜਾ ਸਿੱਖ ਹੈ ਆਪਣੇ ਦੰਦਾਂ ਨੂੰ, ਮੂੰਹ ਨੂੰ ਸਾਫ਼ ਕਰਨ ਵਾਸਤੇ ਦਾਤਣ ਦੀ ਵਰਤੋਂ ਕਰੇ, ਕਿਉਂਕਿ ਉਹਨਾਂ ਸਮਿਆਂ ਵਿੱਚ ਦਾਤਣੀ ਕੋਈ ਕਿੱਕਰ ਦੀ ਕਰਦਾ, ਕੋਈ ਨਿੰਮ ਦੀ, ਕੋਈ ਟਾਹਲੀ ਦੀ ਕਰਦਾ ਹੈ। ਦਾਤਨ ਕਰਕੇ ਆਪਣੇ ਦੰਦਾਂ ਨੂੰ, ਆਪਣੇ ਮੁੱਖ ਨੂੰ ਸਾਫ਼ ਰੱਖੇ। ਇਹ ਵੀ ਜ਼ਰੂਰੀ ਹੈ, ਕਿਉਂਕਿ ਕੁਝ ਧਰਮ ਇਹੋ ਜਿਹੇ ਨੇ, ਜਿਵੇਂ ਸਰੇਵੜੇ ਨੇ ਨਾ ਗੁਰਮੁਖੋ, ਜਾਂ ਜਿਹੜੇ ਜੈਨੀ ਨੇ, ਉਹਨਾਂ ਨੂੰ ਇਹ ਬਚਨ ਹੈ ਵੀ ਬਰਸ਼ ਵਗੈਰਾ ਜਾਂ ਦਾਤਨ ਵਗੈਰਾ ਨਹੀਂ ਕਰਨੀ ਹੈ। ਕਾਹਦੇ ਵਾਸਤੇ? ਵੀ ਦੰਦਾਂ ਦੇ ਵਿੱਚ ਜਿਹਦੇ ਸਿੱਕਾ ਖੜ ਜਾਵੇ ਨਾ ਉਹਨੂੰ ਗੁਰੂ ਮੰਨਦੇ ਨੇ। ਜਿਹਦੇ ਮੂੰਹ ਦੇ ਵਿੱਚ ਮੈਲ ਪੈ ਕੇ ਇੰਨਾ ਦੰਦ ਮੈਲੇ ਹੋ ਜਾਣ, ਇੰਨਾ ਕਰੇੜਾ ਲੱਗ ਜਾਵੇ ਜਾਂ ਹੋਰ ਕੁਝ ਲੱਗ ਜਾਵੇ ਵੀ ਸਿੱਕਾ ਵਿੱਚ ਖੜ ਜਾਵੇ, ਉਹਨੂੰ ਫਿਰ ਗੁਰੂ ਚੁਣਿਆ ਜਾਂਦਾ ਵੀ ਇਹ ਸਾਡਿਆਂ ਸਾਰਿਆਂ ਦਾ ਗੁਰੂ ਹੈ, ਵੀ ਵੱਧ ਤੋਂ ਗੰਦਗੀਦਾਰ ਹੈ। ਮਹਾਰਾਜ ਕਹਿਣ ਲੱਗੇ ਤੂੰ ਬਾਣੀ ਪੜ੍ਹਨੀ ਹੈ, ਬਾਣੀ ਤੇਰੇ ਗੁਰੂ ਦਾ ਸਰੂਪ ਹੈ, ਇਸ ਕਰਕੇ ਆਪਣੇ ਦੰਦਾਂ ਨੂੰ ਦਾਤਣ ਦੇ ਨਾਲ ਸਾਫ਼ ਰੱਖ। ਕਿਉਂਕਿ ਦਾਤਨ ਇਹ ਕੁਦਰਤੀ ਚੀਜ਼ ਹੈ, ਕੁਦਰਤ ਵੱਲੋਂ ਪੈਦਾ ਹੋਇਆ ਰੁੱਖ। ਦਾਤਨ ਕਰੇਗਾ, ਦੰਦ ਸਾਫ਼ ਨੇ, ਬਿਮਾਰੀ ਤੋਂ ਬਚੇ ਰਹਿਣਗੇ। ਇਸ ਕਰਕੇ ਇਸ ਪ੍ਰਯੋਗ ਨੂੰ ਕਰਨਾ ਹੈ। ਪਾਠ ਗੁਰਬਾਣੀ ਟੇਕੈ ਮਾਥਾ। ਜਦੋਂ ਗੁਰਬਾਣੀ ਪੜ੍ਹਨੀ ਹੈ, ਕੋਈ ਜਪਜੀ ਸਾਹਿਬ ਦਾ ਪਾਠ ਕਰਦਾ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ, ਕੋਈ ਨਿਤਨੇਮ ਕਰਦਾ ਹੈ, ਕੋਈ ਸਹਿਜ ਪਾਠ ਕਰਦਾ ਹੈ। ਗੁਰਬਾਣੀ ਪੜ੍ਹਨ ਤੋਂ ਮਗਰੋਂ ਅਰਦਾਸ ਜ਼ਰੂਰ ਕਰਨੀ ਹੈ। ਅਰਦਾਸ ਕਰਨੀ ਲਾਜ਼ਮੀ ਹੈ। ਕਈ ਵਾਰੀ ਆਪਾਂ ਨਿਤਨੇਮ ਤੇ ਕਰ ਲੈਂਦੇ, ਨਿਤਨੇਮ ਤੇ ਕਰ ਲਿਆ ਹੈ, ਪਰ ਨਿਤਨੇਮ ਤੋਂ ਮਗਰੋਂ ਜਿੰਨੀ ਵੀ ਤੈਨੂੰ ਅਰਦਾਸ ਆਉਂਦੀ ਹੈ, ਅਰਦਾਸ ਦਾ ਮਤਲਬ ਇਹ ਨਹੀਂ ਹੈ ਵੀ ਜੋ ਕੁਝ ਗੁਟਕੇ ਸਾਹਿਬ ਤੇ ਲਿਖਿਆ
ਉਹ ਤੈਨੂੰ ਸਾਰਾ ਹੀ ਆਉਂਦਾ ਹੋਵੇਗਾ ਤੇ ਤਾਂ ਅਰਦਾਸ ਕਰ ਸਕਦਾ ਹੈ। ਅਰਦਾਸ ਨਾਮ ਬੇਨਤੀ ਦਾ ਹੈ। ਬੇਨਤੀ ਜਿਵੇਂ ਦੀ ਵੀ ਤੈਨੂੰ ਆਉਂਦੀ ਹੈ ਨਾ, ਤੇਰੀ ਭਾਵਨਾ ਹੈ, ਅੱਖਰ ਭਾਵੇਂ ਥੋੜ੍ਹੇ ਬੋਲ ਲਵੇਂਗਾ ਪਰ ਉੱਥੇ ਤੇਰੀ ਭਾਵਨਾ ਮੰਨੀ ਜਾਣੀ ਹੈ ਵੀ ਤੇਰੀ ਭਾਵਨਾ ਕੀ ਹੈ, ਤੇਰੀ ਭਾਵਨਾ ਨੂੰ ਫਲ ਲੱਗਣਾ। ਕਈ ਵਾਰੀ ਆਪਾਂ ਗ੍ਰੰਥੀ ਸਿੰਘ ਨੂੰ ਕਹਿ ਦਿੰਦੇ ਵੀ ਸਾਡੀ ਅਰਦਾਸ ਕਰ ਦਿਓ, ਪਰ ਅਰਦਾਸ ਵਿੱਚ ਆਪਾਂ ਨਹੀਂ ਆ ਸਕਦੇ, ਮੈਂ ਨਹੀਂ ਆ ਸਕਦਾ, ਤੁਸੀਂ ਅਰਦਾਸ ਕਰ ਦਿਓ। ਅਰਦਾਸ ਦੇ ਵਿੱਚ ਆਪਣੀ ਆਪ ਦੀ ਹਾਜ਼ਰੀ ਭਰਨੀ ਜ਼ਰੂਰੀ ਹੈ, ਕਿਉਂਕਿ ਅਰਦਾਸ ਵਿੱਚ ਤੂੰ ਖੜਾ ਹੈ। ਤੇਰੀ ਭਾਵਨਾ ਕੀ ਹੈ, ਫਲ ਤੇਰੀ ਭਾਵਨਾ ਨੂੰ ਮਿਲਣਾ ਹੈ ਵੀ ਤੂੰ ਕਿਹੜੀ ਸ਼ਰਧਾ ਲੈ ਕੇ, ਕਿੰਨੇ ਯਕੀਨ ਦੇ ਨਾਲ, ਕਿੰਨੇ ਭਰੋਸੇ ਦੇ ਨਾਲ ਖਲੋਤਾ ਹੈ। ਅਰਦਾਸ ਕਰਨ ਵਾਲਾ ਤੇ ਕਰਦਾ ਪਿਆ, ਉਹਦੇ ਕੋਲ ਤੇ ਅੱਖਰ ਨੇ, ਸ਼ਬਦ ਉਹਨੇ ਬੋਲ ਦਿੱਤੇ। 1 ਮਿੰਟ ਪਹਿਲਾਂ ਉਹਨੇ ਖੁਸ਼ੀ ਦੀ ਅਰਦਾਸ ਕੀਤੀ ਹੈ, ਦੂਜੇ ਮਿੰਟ ਵਿੱਚ ਉਹਨੇ ਕਿਸੇ ਦੇ ਅੰਤਮ ਅਰਦਾਸ ਕੀਤੀ ਹੈ। ਉਹਦੇ ਕੋਲ ਤੇ ਅਲਫਾਜ਼ ਨੇ, ਸ਼ਬਦ ਕਹਿੰਦਾ ਪਿਆ। ਨਾ ਅੰਤਮ ਅਰਦਾਸ ਕਰਨ ਵੇਲੇ ਉਸ ਨੂੰ ਕੋਈ ਦੁੱਖ ਹੈ, ਨਾ ਤੇਰੀ ਖੁਸ਼ੀ ਦੀ ਅਰਦਾਸ ਕਰਨ ਵੇਲੇ ਉਸ ਨੂੰ ਕੋਈ ਖੁਸ਼ੀ ਹੈ। ਉਹ ਤੇ ਆਪਣੀ ਡਿਊਟੀ ਸੇਵਾ ਕਰਦਾ ਪਿਆ, ਪਰ ਭਾਵਨਾ ਤੇਰੀ ਮੰਨੀ ਜਾਣੀ ਹੈ ਵੀ ਤੇਰੇ ਅੰਦਰ ਕੀ ਹੈ। ਇਸ ਕਰਕੇ ਅਰਦਾਸ ਆਪ ਕਰੇ, ਨਿਤਨੇਮ ਤੋਂ ਉਪਰੰਤ, ਬਾਣੀ ਪੜ੍ਹਨ ਤੋਂ ਉਪਰੰਤ ਅਰਦਾਸ ਜ਼ਰੂਰ ਕਰਨੀ ਹੈ। ਮਾफ़ੀ ਮੰਗਣੀ ਹੈ ਆਪਣੇ ਗੁਨਾਹਾਂ ਦੀ, ਔਰ ਬਖਸ਼ਿਸ਼ ਮੰਗਣੀ ਹੈ। ਇਸ ਬਚਨ ਨੂੰ ਚੇਤੇ ਰੱਖਣਾ ਹੈ। ਨਾਨਕ ਦਾਦਕ ਤਜ ਦੋਏ ਗੋਤ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾਨਕਿਆਂ ਤੇ ਦਾਦਕਿਆਂ ਦੀਆਂ ਦੋਨੇ ਗੋਤਾਂ ਛੱਡਣੀਆਂ ਹਨ। ਗੋਤਾਂ ਨੂੰ ਛੱਡ ਕੇ ਸਾਕ ਗੁਰੂ ਸਿੱਖਨ ਸੰਗ ਹੋਤ। ਗੁਰੂ ਕੇ ਸਿੱਖ ਆਪਣੀ ਧੀ ਦਾ ਜਾਂ ਪੁੱਤਰ ਦਾ ਰਿਸ਼ਤਾ ਨਾਨਕਿਆਂ ਦੀ ਗੋਤ ਵਿੱਚ, ਦਾਦਕਿਆਂ ਦੀ ਗੋਤਰ ਵਿੱਚ ਨਾ ਕਰੇ। ਇਹ ਮਹਾਰਾਜ ਦਾ ਹੁਕਮ ਹੈ। ਜਿਵੇਂ ਕੁਝ ਲੋਕ ਕਰ ਲੈਂਦੇ, ਮਾਮੇ ਦੇ ਪੁੱਤਰ ਧੀ ਦੇ ਨਾਲ, ਜਾਂ ਭੂਆ ਦੇ ਪੁੱਤਰ ਧੀ ਦੇ ਨਾਲ, ਮਾਸੀ ਦੇ ਪੁੱਤਰ ਧੀ ਦੇ ਨਾਲ ਵਿਆਹ ਕਰ ਲੈਣਾ। ਅੱਜ ਕੱਲ੍ਹ ਬਹੁਤ ਲੋਕ ਇਸੇ ਤਰ੍ਹਾਂ ਹੀ ਕਰਦੇ। ਕੁਝ ਲੋਕ ਬਾਹਰ ਜਾਣ ਵਾਸਤੇ ਕਰਦੇ ਵੀ ਚਲੋ ਇਹ ਆਪਣੇ ਨੇ, ਦੋਨੇ ਬੱਚੇ ਆਪਣੇ ਘਰ ਦੇ ਬਾਹਰ ਚਲੇ ਜਾਣਗੇ, ਆਪਸ ਵਿੱਚ ਰਿਸ਼ਤਾ ਕਰ ਲਿਆ। ਮਹਾਰਾਜ ਕਹਿਣ ਲੱਗੇ, ਆਪਣੀ ਮਾਂ ਦੀ ਜੋ ਗੋਤ ਹੈ, ਮਾਂ ਦੇ ਜੋ ਪੇਕੇ ਨੇ, ਉਹਨਾਂ ਦੇ ਖਾਨਦਾਨ ਵਿੱਚ ਰਿਸ਼ਤਾ ਨਾ ਕਰੇ, ਤੇ ਨਾ ਹੀ ਮਾਂ ਦੀ ਰਿਸ਼ਤੇਦਾਰੀ ਦਾ ਆਪਣੇ ਬਾਪ ਦੀ ਰਿਸ਼ਤੇਦਾਰੀ ਵਿੱਚ ਰਿਸ਼ਤਾ ਕਰੇ। ਇਹਨਾਂ ਦੋਨਾਂ ਗੱਲਾਂ ਦੇ ਕੋਲੋਂ ਬਚ ਕੇ ਰਹਿਣਾ ਹੈ। ਜਿਹੜੇ ਲੋਕ ਵੈਦ ਨੇ, ਦਵਾਈ ਦੇਣ ਵਾਲੇ ਹਕੀਮ ਨੇ, ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਨਾਨਕੇ ਦਾਦਕੇ ਇੱਕੋ ਗੋਤ ਵਿੱਚ ਹੀ ਰਿਸ਼ਤਾ ਕਰ ਦਿੰਦੇ, ਉਹਨਾਂ ਦੇ ਬੱਚੇ ਅੱਗੇ ਰੋਗੀ ਪੈਦਾ ਹੁੰਦੇ, ਰੋਗ ਲੱਗ ਜਾਂਦੇ। ਇਹ ਆਯੁਰਵੈਦ ਮੰਨਦਾ, ਇਹ ਵੈਦ ਮੰਨਦੇ ਨੇ। ਜਿਹੜੇ ਵੈਦ ਨੇ ਨਾ ਦਵਾਈ ਕਰਨ ਵਾਲੇ, ਆਯੁਰਵੇਦ ਦੀਆਂ ਦਵਾਈਆਂ ਦਿੰਦੇ, ਨਬਜ਼ ਫੜ ਕੇ ਰੋਗ ਫੜਦੇ, ਇਹ ਉਹਨਾਂ ਦਾ ਆਪਣਾ ਇੱਕ ਤਜਰਬਾ ਹੈ, ਇੱਕ ਉਹਨਾਂ ਦੀ ਵਿਚਾਰ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਰਿਸ਼ਤੇ ਹੁੰਦੇ, ਮਾਂ ਬਾਪ ਦੀ ਗੋਤ ਦੇ ਵਿੱਚ ਹੀ, ਆਪਣੇ ਆਪ ਦੇ ਘਰ ਵਿੱਚ ਹੀ ਕਰ ਲਿਆ, ਉਹਨਾਂ ਬੱਚਿਆਂ ਦੇ ਵਿੱਚ ਰੋਗ ਪੈਦਾ ਹੁੰਦੇ, ਰੋਗੀ ਹੋ ਜਾਂਦੇ, ਤੰਦਰੁਸਤ ਨਹੀਂ ਰਹਿੰਦੇ। ਦਵਾਈ ਬੂਟੀ ਚੱਲਦੀ ਰਹੇਗੀ ਜਿੰਨਾ ਚਿਰ ਜੀਵਨ ਜ਼ਿੰਦਗੀ ਰਹੇਗਾ। ਇਹ ਪਰਮਾਤਮਾ ਦਾ ਇੱਕ ਨਿਯਮ, ਇੱਕ ਮਰਿਆਦਾ ਹੈ ਜੋ ਉਸਨੇ ਬਣਾਈ ਹੈ, ਉਹਦੇ ਵਿੱਚ ਰਹਿਣਾ ਚਾਹੀਦਾ, ਉਹਨੂੰ ਤੋੜਨਾ ਨਹੀਂ ਚਾਹੀਦਾ ਹੈ। ਇਸ ਕਰਕੇ ਨਾਨਕਿਆਂ ਤੇ ਦਾਦਕਿਆਂ ਦੀ ਗੋਤ ਵਿੱਚ ਰਿਸ਼ਤਾ ਨਾ ਕਰੇ। ਰਿਸ਼ਤਾ ਇਹਨਾਂ ਦੋਨਾਂ ਗੋਤਾਂ ਤੋਂ ਹਟ ਕੇ ਅੱਗੇ ਹੋਰ ਘਰ ਵਿੱਚ ਲੱਭ ਕੇ ਉੱਥੇ ਰਿਸ਼ਤਾ ਕਰੇ। ਇਹ ਮਹਾਰਾਜ ਦੇ ਮੁਕਤੀਨਾਮੇ ਦੇ ਬਚਨ ਹਨ। ਇਸ ਪ੍ਰਕਾਰ ਗੁਰਮੁਖ ਕੇ ਲੱਛਣ। ਇਹ ਗੁਰਮੁਖਾਂ ਦੇ ਲੱਛਣ ਨੇ। ਜਿਹੜੇ ਗੁਰਮੁਖ ਨੇ ਨਾ, ਗੁਰਮੁਖ ਉਹਨੂੰ ਕਿਹਾ ਜਾਂਦਾ ਹੈ ਜਿਹਦਾ ਮੁਖ ਗੁਰੂ ਵੱਲ ਹੈ। ਗੁਰਮੁਖ ਜਿਹਦਾ ਮੁਖ ਗੁਰੂ ਵੱਲ ਹੈ। ਗੁਰੂ ਵੱਲ ਮੁਖ ਤੋਂ ਭਾਵ ਇਹ ਨਹੀਂ ਵੀ ਮੈਂ ਕਥਾ ਸਰਵਣ ਕਰਦਾ ਜਾਂ ਕੀਰਤਨ ਸਰਵਣ ਕਰਦਾ, ਮੈਂ ਗੁਰੂ ਵੱਲ ਮੂੰਹ ਕਰਕੇ ਬੈਠਾ, ਮੈਂ ਗੁਰਮੁਖ ਬਣ ਗਿਆ। ਗੁਰਮੁਖ ਤੋਂ ਭਾਵ ਹੈ ਤੇਰਾ ਮਨ ਗੁਰੂ ਵੱਲ ਹਰ ਵੇਲੇ ਰਵੇ। ਮੈਂ ਆਹ ਕੰਮ ਕਰਦਾ ਪਿਆ, ਕੀ ਇਹ ਮੇਰੇ ਗੁਰੂ ਦਾ ਹੁਕਮ ਹੈ, ਗੁਰੂ ਦੀ ਮਰਿਆਦਾ ਹੈ, ਤੇ ਫਿਰ ਕਰਨਾ ਹੈ। ਗੁਰੂ ਦਾ ਹੁਕਮ ਨਹੀਂ ਹੈ ਫਿਰ ਨਹੀਂ ਕਰਨਾ ਹੈ। ਉਹਨੂੰ ਕਿਹਾ ਜਾਂਦਾ ਗੁਰਮੁਖ। ਵੀ ਕੋਈ ਕੰਮ ਕਰਨ ਤੋਂ ਪਹਿਲਾਂ ਗੁਰੂ ਦੀ ਰਜ਼ਾ ਵੇਖਣੀ, ਵੀ ਮਹਾਰਾਜ ਨੇ ਇਤਿਹਾਸ ਵਿੱਚ ਕੀ ਸਮਝਾਇਆ, ਗੁਰਬਾਣੀ ਵਿੱਚ ਕੀ ਸਮਝਾਇਆ ਹੈ। ਜੇ ਤੇ ਮਹਾਰਾਜ ਦਾ ਉਸ ਵਾਲੇ ਪਾਸੇ ਹੁਕਮ ਹੈ ਤੇ ਉਹ ਕੰਮ ਕਰ ਲੈਣਾ। ਜੇ ਮਹਾਰਾਜ ਦਾ ਵੇਖਿਆ ਵੀ ਇਹ ਹੁਕਮ ਨਹੀਂ ਹੈ, ਮਨਾਹੀ ਕੀਤੀ ਹੈ, ਉਸ ਕੰਮ ਨੂੰ ਨਾ ਕਰਨਾ। ਉਸ ਨੂੰ ਕਿਹਾ ਜਾਂਦਾ ਗੁਰਮੁਖ, ਭਾਣਾ ਮੰਨਣ ਵਾਲਾ, ਭਾਣੇ ਵਿੱਚ ਰਹਿਣ ਵਾਲਾ।
ਭਾਈ ਭਿਖਾਰੀ ਦਾ ਆਪਾਂ ਜੀਵਨ ਪੜ੍ਹਦੇ ਹਾਂ ਨਾ, ਗੁਜਰਾਤ ਦਾ ਇੱਕ ਇਲਾਕਾ ਪਾਕਿਸਤਾਨ ਦੇ ਵਿੱਚ, ਇੱਥੋਂ ਦਾ ਰਹਿਣ ਵਾਲਾ ਭਾਈ ਭਿਖਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇੱਕ ਸਿੱਖ ਗਿਆ ਘਰ ਦੇ ਵਿੱਚ, ਵੇਖਿਆ ਕਿ ਭਾਈ ਭਿਖਾਰੀ ਜੀ ਵਿਆਹ ਦਾ, ਆਪਣੇ ਪੁੱਤਰ ਦੇ ਵਿਆਹ ਦੀ ਤਿਆਰੀ ਕਰਦੇ। ਸਾਖੀ ਬੜੀ ਲੰਮੀ ਹੈ, ਆਪਾਂ ਸਾਰੀ ਨਹੀਂ ਸਰਵਣ ਕਰਾਂਗੇ, ਪਰ ਭਾਈ ਭਿਖਾਰੀ ਜੀ ਵਿਆਹ ਦੇ ਨਾਲ ਨਾਲ ਮੌਤ ਦਾ ਸਮਾਨ ਵੀ ਤਿਆਰ ਕਰਦੇ ਪਏ, ਜਿਵੇਂ ਲੱਕੜਾਂ ਨੇ, ਜਿਵੇਂ ਖੱਫਣ ਹੈ, ਸਾਰਾ ਸਮਾਨ ਤਿਆਰ ਕਰਕੇ ਰੱਖਿਆ। ਲੜਕੇ ਦੀ ਬਰਾਤ ਚੜ੍ਹੀ ਹੈ, ਡੋਲਾ ਵਿਆਹ ਕੇ ਅਜੇ ਦਰਵਾਜ਼ੇ 'ਤੇ ਹੀ ਪਹੁੰਚਾ, ਦਰਵਾਜ਼ੇ ਦੇ ਅੰਦਰ ਨਹੀਂ ਆਇਆ, ਪੇਟ ਵਿੱਚ ਸੂਲ ਉੱਠਿਆ, ਪੀੜ ਉੱਠੀ ਹੈ, ਲੜਕਾ ਉੱਥੇ ਹੀ ਪੂਰਾ ਹੋ ਗਿਆ। ਜਿੱਥੇ ਹੁਣੇ ਖੁਸ਼ੀਆਂ ਮਨਾਈਆਂ ਜਾ ਰਹੀਆਂ, ਗੀਤ ਗਾਏ ਜਾ ਰਹੇ, ਉੱਥੇ ਰੋਣਾ ਸ਼ੁਰੂ ਹੋ ਗਿਆ। ਲੜਕੇ ਨੂੰ ਮੰਜੇ 'ਤੇ ਪਾਇਆ ਵੀ ਹੁਣ ਇਹਦੇ ਅੰਤਮ ਸੰਸਕਾਰ ਦਾ ਇੰਤਜ਼ਾਮ ਕਰੀਏ। ਭਾਈ ਭਿਖਾਰੀ ਜੀ ਕਹਿਣ ਲੱਗੇ ਮੈਂ ਤਾਂ ਪਹਿਲਾਂ ਹੀ ਤਿਆਰੀ ਕੀਤੀ ਹੈ, ਲੱਕੜਾਂ ਵੀ ਪਈਆਂ ਹੋਈਆਂ, ਜਿਹੜੇ ਮੁਰਦੇ ਨੂੰ ਕੱਪੜੇ ਪਾਏ ਜਾਂਦੇ ਉਹ ਵੀ ਪਏ ਹੋਏ। ਸਾਰੇ ਹੈਰਾਨ ਹੋ ਗਏ, ਪੁੱਤਰ ਦਾ ਵਿਆਹ ਰੱਖੀ ਬੈਠਾ, ਨਾਲ ਸੰਸਕਾਰ ਦਾ ਸਮਾਨ ਵੀ ਇਕੱਠਾ ਕੀਤਾ। ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਗਿਆ ਸੀ, ਉਹਨੇ ਪੁੱਛ ਹੀ ਲਿਆ, ਕਹਿਣ ਲੱਗਾ ਭਾਈ ਭਿਖਾਰੀ ਜੀ ਤੁਹਾਨੂੰ ਪਤਾ ਸੀ ਇਸ ਗੱਲ ਦਾ? ਤੇ ਭਾਈ ਭਿਖਾਰੀ ਨੇ ਕਿਹਾ ਹਾਂ ਮੈਨੂੰ ਬਿਲਕੁਲ ਪਤਾ ਸੀ ਵੀ ਇਹਨੇ ਚੜ੍ਹਾਈ ਕਰ ਜਾਣਾ ਹੈ, ਇਹਦੀ ਜ਼ਿੰਦਗੀ ਇੰਨੀ ਕੋਈ ਹੈ। ਬੜਾ ਹੈਰਾਨ ਹੋਇਆ ਉਹ ਸਿੱਖ, ਕਹਿਣ ਲੱਗਾ ਜੇ ਇੰਨਾ ਪਤਾ ਸੀ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਜਾਂਦੇ, ਸਤਿਗੁਰਾਂ ਨੂੰ ਜਾ ਕੇ ਬੇਨਤੀ ਕਰਦੇ ਵੀ ਮਹਾਰਾਜ ਮੇਰੇ ਪੁੱਤਰ ਦੀ ਉਮਰਾਂ ਕੋਈ 5-10 ਸਾਲ ਹੋਰ ਲੰਮੀ ਕਰ ਦਿਓ, ਇੰਨੇ ਚਿਰ ਨੂੰ ਘਰ ਵਿੱਚ ਬੂਟਾ ਲੱਗ ਜਾਂਦਾ, ਕੋਈ ਰੌਣਕ ਬਣ ਜਾਂਦੀ। ਤੇ ਭਾਈ ਭਿਖਾਰੀ ਜੀ ਕਹਿਣ ਲੱਗੇ, ਕਹਿੰਦੇ ਗੁਰਮੁਖਾ ਫਿਰ ਭਾਣਾ ਕੀ ਹੋਇਆ? ਇਹ ਤੇ ਗੁਰੂ ਦੀ ਤਰਸ ਹੋਇਆ ਵੀ ਮੇਰੇ ਤੇ ਗੁਰੂ ਨੇ ਇੰਨਾ ਤਰਸ ਕੀਤਾ ਵੀ ਮੈਨੂੰ ਪਤਾ ਲੱਗ ਗਿਆ ਵੀ ਕੱਲ੍ਹ ਨੂੰ ਕੀ ਹੋਣਾ। ਮੰਨ ਲਓ ਕਿ ਮੇਰੇ ਤੇ ਗੁਰੂ ਇਹ ਤਰਸ ਨਾ ਕਰਦਾ, ਮੈਨੂੰ ਨਾ ਪਤਾ ਲੱਗਦਾ, ਤੇ ਫਿਰ ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਕਿਵੇਂ ਬੇਨਤੀ ਕਰਦਾ? ਫਿਰ ਵੀ ਤੇ ਮੈਂ ਸਭ ਕੁਝ ਜਰਨਾ ਸੀ ਨਾ ਇਸੇ ਤਰ੍ਹਾਂ। ਪਰ ਇਹ ਤੇ ਗੁਰੂ ਦੀ ਰਹਿਮਤ ਹੈ ਵੀ ਮੇਰੇ ਤੇ ਮੈਨੂੰ ਪਤਾ ਲੱਗ ਗਿਆ। ਹੁਣ ਮੈਂ ਜਾ ਕੇ ਗੁਰੂ ਨੂੰ ਇਹ ਗੱਲ ਕਹਾਂ ਵੀ ਮਹਾਰਾਜ ਮੇਰੇ ਪੁੱਤਰਾਂ ਦੀ ਉਮਰਾਂ ਲੰਮੀ ਕਰ ਦਿਓ, ਫਿਰ ਭਾਣਾ ਤੇ ਨਾ ਹੋਇਆ, ਫਿਰ ਤੇ ਮਨ ਦੀ ਮਰਜ਼ੀ ਹੋਈ ਨਾ ਵੀ ਮਹਾਰਾਜ ਮੈਂ ਨਹੀਂ ਜੀ ਆਹ ਗੱਲ ਚਾਹੁੰਦਾ। ਤੇ ਸਿੱਖ ਨੇ ਦੂਜਾ ਸਵਾਲ ਕੀਤਾ, ਕਹਿਣ ਲੱਗਾ ਚਲੋ ਇਹ ਵੀ ਠੀਕ ਹੈ ਵੀ ਤੂੰ ਭਾਣਾ ਮੰਨਣਾ ਚਾਹੁੰਦਾ ਹੈ, ਪਰ ਇੱਕ ਕੰਮ ਤੇ ਤੇਰੇ ਹੱਥ ਵਿੱਚ ਸੀ ਨਾ, ਲੜਕੀ ਦਾ ਵਿਆਹ 2 ਦਿਨ ਲੜਕੇ ਦਾ ਅੱਗੇ ਕਰ ਦਿੰਦਾ, ਨਾ ਇਹਨਾਂ ਦੇ ਫੇਰੇ ਹੁੰਦੇ, ਨਾ ਉਹ ਡੋਲੀ 'ਚ ਬੈਠ ਕੇ ਤੇਰੇ ਦਰਵਾਜ਼ੇ ਤੱਕ ਹੁੰਦੀ। ਜੇ 2 ਦਿਨ ਵਿਆਹ ਅੱਗੇ ਹੋ ਜਾਂਦਾ ਤੇ ਉਹਨਾਂ ਦੀ ਲੜਕੀ ਜਿਹੜੀ ਆ ਉਹ ਬਚ ਜਾਂਦੀ, ਅੱਗੇ ਕਿਤੇ ਉਹ ਰਿਸ਼ਤਾ ਕਰ ਲੈਂਦੇ। ਉਹਨੂੰ ਵੀ ਇਸੇ ਤਰ੍ਹਾਂ ਤੂੰ ਮੰਗ ਲਿਆ ਹੈ, ਠੋਕਰ ਦਿੱਤਾ ਹੈ। ਭਾਈ ਭਿਖਾਰੀ ਜੀ ਕਹਿਣ ਲੱਗੇ, ਕਹਿੰਦੇ ਵੀ ਇਹਦੇ ਵਿੱਚ ਵੀ ਇੱਕ ਰਾਜ ਹੈ। ਇਹਨਾਂ ਦੋਨਾਂ ਦਾ ਪਿਛਲੇ ਜਨਮ ਦਾ ਸੰਕਲਪ ਬਣ ਗਿਆ ਸੀ, ਉਹ ਇਹਨਾਂ ਦਾ ਸੰਕਲਪ ਪੂਰਾ ਨਹੀਂ ਹੋਇਆ। ਜਿਹੜਾ ਮੇਰਾ ਪੁੱਤਰ ਹੈ ਪਿਛਲੇ ਜਨਮ ਦਾ ਸਾਧੂ ਹੈ, ਬੰਦਗੀ ਕਰਦਾ ਪਿਆ, ਤੇ ਇਸ ਲੜਕੀ ਦੇ ਮਨ ਵਿੱਚ ਆਇਆ ਵੀ ਇਹ ਸਾਧੂ ਨਾਲ ਮੇਰਾ ਵਿਆਹ ਹੋ ਜਾਵੇ। ਸੰਕਲਪ ਤੇ ਬਣ ਗਿਆ, ਲੜਕੀ ਵੀ ਪੂਰੀ ਹੋ ਗਈ, ਸਰੀਰ ਛੱਡ ਗਈ, ਸਾਧੂ ਵੀ ਛੱਡ ਗਿਆ। ਉਹ ਸੰਕਲਪ ਰਹਿੰਦਾ ਸੀ, ਉਹ ਸੰਕਲਪ ਪੂਰਾ ਕਰਨ ਵਾਸਤੇ ਮੇਰੇ ਪੁੱਤਰ ਨੂੰ ਦੁਬਾਰਾ ਦੁਨੀਆ ਤੇ ਆਉਣਾ ਪਿਆ। ਤੇ ਜੇ ਮੈਂ ਹੁਣ ਵੀ ਉਹ ਸੰਕਲਪ ਰੋਕ ਲੈਂਦਾ ਵੀ 2 ਦਿਨ ਵਿਆਹ ਅੱਗੇ ਕਰ ਲਈਏ, ਤੇ ਫਿਰ ਉਹ ਤੇ ਗੱਲ ਉੱਥੇ ਹੀ ਖੜੀ ਰਹਿਣੀ ਹੈ। ਇਹਨੂੰ ਤੇ ਜਨਮ ਫਿਰ ਅੱਗੇ ਲੈਣਾ ਪੈਣਾ ਸੀ। ਉਹ ਸੰਕਲਪ ਪੂਰਾ ਕਰਨ ਵਾਸਤੇ, ਉਹ ਫੁਰਨਾ ਜਿਹੜੀ ਵਿਚਾਰ ਬਣੀ ਸੀ ਉਹ ਪੂਰਾ ਕਰਨ ਵਾਸਤੇ ਇਹਨੂੰ ਦੁਬਾਰਾ ਜਨਮ ਵਿੱਚ ਆਉਣਾ ਪਵੇਗਾ। ਤੇ ਮੈਂ ਆਖਿਆ ਵੀ ਜਿਸ ਸੰਕਲਪ ਵਾਸਤੇ ਇਹਦਾ ਜਨਮ ਹੋਇਆ ਉਹ ਪਹਿਲਾਂ ਸੰਕਲਪ ਪੂਰਾ ਹੀ ਹੋ ਜਾਵੇ, ਸੰਕਲਪ ਪੂਰਾ ਹੋਵੇ ਤਾਂ ਕਿ ਦੋਨਾਂ ਦਾ ਇਹ ਜਨਮ ਦਾ ਗੇੜਾ ਖਤਮ ਹੋ ਜਾਵੇ। ਕਈ ਵਾਰੀ ਆਪਾਂ ਵੀ ਗੁਰਮੁਖੋਂ ਕਹਿ ਦਿੰਦੇ ਲੈ ਫਲਾਣਾ ਕੰਮ ਹੋ ਗਿਆ, ਜੇ 2 ਦਿਨ ਨਾ ਹੁੰਦਾ। ਕਈ ਵਾਰੀ ਹੁੰਦਾ ਨਾ, ਨਵਾਂ ਹੀ ਵਿਆਹ ਹੋਇਆ ਹੁੰਦਾ, 1 ਜਾਂ 2 ਦਿਨ ਹੋਏ, ਜਾਂ ਲੜਕੀ ਸਰੀਰ ਛੱਡ ਗਈ ਜਾਂ ਲੜਕਾ ਸਰੀਰ ਛੱਡ ਗਿਆ, ਆਪਾਂ ਆਖਦੇ ਵੀ ਇਹ ਬੜਾ ਮਾੜਾ ਪਾਪ ਹੋਇਆ ਹੈ। 2 ਦਿਨ ਵਿਆਹ ਜੇ ਅੱਗੇ ਹੋ ਜਾਂਦਾ ਤੇ ਚਲੋ ਇੱਕ ਘਰ ਬਚ ਜਾਂਦਾ। ਭਾਈ ਭਿਖਾਰੀ ਜੀ ਕਹਿਣ ਲੱਗੇ ਨਹੀਂ, ਪਰਮਾਤਮਾ ਜਿਹੜਾ ਹੈ ਨਾ ਉਹ ਬੜਾ ਸਿਆਣਾ ਹੈ, ਉਹ ਬਹੁਤ ਕੁਝ ਵੇਖਦਾ, ਸਾਨੂੰ ਨਹੀਂ ਪਤਾ ਹੁੰਦਾ ਨਾ ਪਿਛਲੇ ਜਨਮ ਦਾ ਨਾ ਅਗਲੇ ਜਨਮ ਦਾ। ਇਹ ਤੇ ਭਾਈ ਭਿਖਾਰੀ ਹੈ ਨਾ ਜਿਹਨੂੰ ਗਿਆਨ ਹੈ ਵੀ ਮੇਰੇ ਪੁੱਤਰ ਦਾ ਪਿਛਲੇ ਜਨਮ ਦਾ ਇੱਕ ਸੰਕਲਪ ਹੈ, ਇਹ ਦੇਣਦਾਰ ਹੈ, ਇਹ ਦੇਣਾ ਦੇਣ ਵਾਸਤੇ ਆਇਆ ਸੀ, ਪੂਰਾ ਹੋ ਗਿਆ ਤੇ ਚੱਲਿਆ ਹੈ। ਪਰ ਸਾਨੂੰ ਨਹੀਂ ਪਤਾ, ਉਦੋਂ ਅਸੀਂ ਰੱਬ ਨੂੰ ਬੜਾ ਤਾਨਾ ਮਿਹਣਾ ਦਿੰਦੇ ਹਾਂ ਵੀ ਰੱਬ ਬੜਾ ਮਾੜਾ ਹੈ, ਕਿਸੇ ਤੇ ਤਰਸ ਨਹੀਂ ਕਰਦਾ ਹੈ।
ਪਰ ਸਾਨੂੰ ਉਸ ਗੱਲ ਦਾ ਨਹੀਂ ਪਤਾ ਜਿਸ ਗੱਲ ਦਾ ਪ੍ਰਮਾਤਮਾ ਨੂੰ ਪਤਾ ਹੈ। ਉਹਦਾ ਕਰਮ ਦਾ ਸੰਯੋਗ ਬਣਿਆ, ਜਿੰਨਾ ਚਿਰ ਬਣਿਆ ਹੈ ਉਨਾ ਚਿਰ ਉਹ ਭੋਗਣਾ ਪਵੇਗਾ। ਇਹ ਕਰਮਾਂ ਦੀ ਨਿਸ਼ਾਨੀ ਹੈ। ਦੱਦਾ ਦੋਸ ਨਾ ਦਿਉ ਕਿਸੈ ਦੋਸ ਕਰਮਾ ਆਪਣੇ ਆਪ। ਇਹ ਸਾਡਾ ਆਪਣਾ ਹੀ ਕਰਮ ਹੁੰਦਾ ਹੈ। ਜਿਹੜਾ ਦੁੱਖ ਹੈ, ਜਿਹੜਾ ਸੁੱਖ ਹੈ, ਜਿਹੜਾ ਕਿਸੇ ਨਾਲ ਜੁੜਨਾ, ਜਿਹੜਾ ਕਿਸੇ ਨਾਲੋਂ ਵਿਛੜਨਾ ਹੈ, ਇਹ ਆਪਣੇ ਕਰਮਾਂ ਦਾ ਹੈ। ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੈ, ਕਿਸੇ ਦਾ ਕੋਈ ਗੁਨਾਹ ਨਹੀਂ ਹੈ। ਇਸ ਪ੍ਰਕਾਰ ਗੁਰਮੁਖ ਕੇ ਲੱਛਣ, ਇਹਨਾਂ ਨੂੰ ਕਿਹਾ ਜਾਂਦਾ ਗੁਰਮੁਖ। ਨਾਮ ਰਖਵਾਉਣ ਦੇ ਨਾਲ ਜਾਂ ਗੁਰੂ ਵੱਲ ਮੁਖ ਕਰਨ ਦੇ ਨਾਲ ਗੁਰਮੁਖ ਨਹੀਂ ਬਣੀਦਾ। ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਬਚਨ ਨੂੰ ਮੁੱਖ ਰੱਖ ਕੇ ਚੱਲਦਾ ਹੈ। ਗੁਰ ਕਹਿਆ ਸਾਕਾਰ ਕਮਾਵੋ। ਗੁਰੂ ਦਾ ਬਚਨ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਮੰਨਣਾ। ਹੁਣ ਸੁੱਖ ਦੇ ਵਿੱਚ ਤੇ ਮੰਨਦੇ ਹਾਂ, ਦੁੱਖ ਵਿੱਚ ਮੰਨਣਾ ਔਖਾ ਹੋ ਜਾਂਦਾ, ਜਾਂ ਅਸੀਂ ਦੂਜੇ ਦੀ ਰੀਸ ਕਰਦੇ। ਭਾਈ ਮਰਦਾਨਾ ਜੀ ਤੁਰੇ ਜਾਂਦੇ ਨਾ ਗੁਰੂ ਨਾਨਕ ਸਾਹਿਬ ਦੇ ਨਾਲ, ਤੇ ਸਮੁੰਦਰ ਆ ਗਿਆ। ਮਹਾਰਾਜ ਨੂੰ ਪੁੱਛਿਆ, ਪਾਤਸ਼ਾਹ ਕੀ ਕਰੀਏ? ਸਤਿਗੁਰੂ ਕਹਿਣ ਲੱਗੇ, ਵਾਹਿਗੁਰੂ ਮੰਤਰ ਦਾ ਜਾਪ ਕਰੋ। ਅਸੀਂ ਅੱਗੇ ਅੱਗੇ ਤੁਰੇ ਆਉਂਦੇ, ਤੁਸੀਂ ਪਿੱਛੇ ਪਿੱਛੇ ਤੁਰੇ ਆਓ। ਸਤ ਬਚਨ ਮਹਾਰਾਜ ਅੱਗੇ ਚੱਲ ਪਏ, ਕਿਸੇ ਟਾਪੂ ਵਿੱਚ ਜਾਣਾ ਹੈ। ਭਾਈ ਮਰਦਾਨਾ ਜੀ ਪਿੱਛੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਤੁਰੇ। ਦੋ ਕੁ ਪੈਰ ਬੜੀ ਕਾਹਲੀ ਦੇ ਨਾਲ ਪੱਟ ਕੇ ਤੇ ਸਤਿਗੁਰਾਂ ਦੇ ਮੋਢੇ ਨਾਲ ਮੋਢਾ ਜਦੋਂ ਬਰਾਬਰ ਹੋਇਆ, ਤੇ ਭਾਈ ਮਰਦਾਨਾ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਵੀ ਮਹਾਰਾਜ ਆਪ ਤੇ ਵਾਹਿਗੁਰੂ ਨਹੀਂ ਕਹਿੰਦੇ ਪਏ ਤੇ ਕੁਝ ਹੋਰ ਕਹਿੰਦੇ ਪਏ। ਮਨ ਵਿੱਚ ਸੋਚਿਆ ਵੀ ਸਤਿਗੁਰੂ ਵੱਡਾ ਕੋਈ ਜਾਪ ਕਰਦੇ ਹੋਣਗੇ, ਮੈਨੂੰ ਛੋਟਾ ਦਿੱਤਾ ਹੈ, ਆਪ ਕੋਈ ਹੋਰ ਕਰਦੇ ਪਏ। ਕੰਨ ਲਾ ਕੇ ਸੁਣਿਆ, ਜੋ ਮਹਾਰਾਜ ਕਹਿੰਦੇ ਪਏ ਉਹ ਸੁਣਾਈ ਦੇ ਗਿਆ ਵੀ ਮਹਾਰਾਜ ਤੇ ਆਹ ਕਰਦੇ ਪਏ। ਵਾਹਿਗੁਰੂ ਮੰਤਰ ਛੱਡਿਆ, ਜੋ ਮਹਾਰਾਜ ਮੰਤਰ ਪੜ੍ਹਦੇ ਪਏ ਉਹ ਪੜ੍ਹਨ ਲੱਗ ਪਿਆ ਤੇ ਪਾਣੀ ਵਿੱਚ ਗੋਤਾ ਆਇਆ। ਜਦੋਂ ਗੋਤਾ ਆਇਆ ਤੇ ਫਰ ਫਰ ਦੀ ਆਵਾਜ਼ ਆਈ, ਤੇ ਮਹਾਰਾਜ ਨੇ ਪਿੱਛੇ ਮੁੜ ਕੇ ਵੇਖਿਆ ਵੀ ਇਹ 'ਚ ਡੁੱਬਦਾ ਪਿਆ। ਤੇ ਸਤਿਗੁਰੂ ਜਾਣ ਗਏ ਵੀ ਡੁੱਬਿਆ ਤਾਂ, ਜੋ ਅਸੀਂ ਆਖਿਆ ਉਹ ਨਹੀਂ ਮੰਨਿਆ, ਜੋ ਗੁਰੂ ਕਰਦਾ ਪਿਆ ਉਹ ਮੰਨ ਲਿਆ ਹੈ। ਮਹਾਰਾਜ ਕਹਿਣ ਲੱਗੇ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਜੋ ਗੁਰੂ ਕਹਿੰਦਾ ਹੈ ਉਹ ਮੰਨਣਾ ਹੈ, ਜੋ ਗੁਰੂ ਕਰਦਾ ਹੈ ਉਹ ਤੂੰ ਨਹੀਂ ਕਰ ਸਕਦਾ। ਕੋਈ ਮਹਾਤਮਾ ਹੈ ਨਾ, ਬੜਾ ਸਿਮਰਨ ਵਾਲਾ, ਸਰੀਰ ਛੱਡਣ ਲੱਗਾ ਤੇ ਮਹਾਤਮਾ ਨੇ ਕੋਈ ਬਚਨ ਕੀਤਾ। ਚੇਲਿਆਂ ਨੇ ਸੁਣਿਆ, ਚੇਲੇ ਕਹਿਣ ਲੱਗੇ ਵੀ ਜੋ ਇਹ ਸਾਡਾ ਗੁਰੂ ਕਰ ਸਕਦਾ ਅਸੀਂ ਕਿਉਂ ਨਹੀਂ ਕਰ ਸਕਦੇ। ਜੋ ਗੁਰੂ ਕਰਨ ਲੱਗਾ ਚੇਲੇ ਵੀ ਕਰਨ ਲੱਗ ਪਏ। ਸਾਧੂ ਨੂੰ ਪਤਾ ਲੱਗਾ ਵੀ ਇਹ ਤੇ ਮੇਰੀ ਰੀਸ ਕਰਦੇ ਪਏ। ਸਾਧੂ ਕਹਿਣ ਲੱਗਾ, ਲੰਗਰ ਵਿੱਚੋਂ ਜਾਓ ਕੋਲੇ ਲੈ ਕੇ ਆਓ, ਲਾਲ ਬਲਦੇ ਹੋਏ ਕੋਲੇ ਲਿਆਂਦੇ ਗਏ। ਇੱਕ ਕੋਲਾ ਚੁੱਕਿਆ ਤੇ ਮੂੰਹ ਵਿੱਚ ਪਾ ਲਿਆ। ਚੇਲੇ ਵੇਖਣ ਲੱਗ ਪਏ, ਕਹਿਣ ਲੱਗਾ ਇੱਕ ਇੱਕ ਚੁੱਕੇ ਹੁਣ ਤੁਸੀਂ ਮੂੰਹ 'ਚ ਪਾਓ। ਕਹਿੰਦੇ ਜੀ ਸਾਡਾ ਤੇ ਮੂੰਹ ਸੜ ਜਾਏਗਾ, ਅਸੀਂ ਕੋਇਲਾ ਮੂੰਹ ਵਿੱਚ ਪਾਇਆ ਬਲਦਾ, ਹੁਣ ਤੁਹਾਡਾ ਮੂੰਹ ਸੜਦਾ। ਜਦੋਂ ਅਸੀਂ ਦੂਜੀ ਗੱਲ ਕਹੀ ਤੁਸੀਂ ਆਖਿਆ ਅਸੀਂ ਵੀ ਕਰਦੇ ਹਾਂ, ਗੁਰੂ ਨੇ ਕੀਤੀ ਹੈ। ਗੁਰੂ ਦਾ ਮੁਕਾਬਲਾ ਸਿੱਖ ਕੋਲੋਂ ਨਹੀਂ ਹੈ, ਗੁਰੂ ਦਾ ਮੁਕਾਬਲਾ ਬਰਾਬਰੀ ਨਹੀਂ ਹੈ। ਗੁਰੂ ਦਾ ਬਚਨ ਮੰਨਣਾ ਇਹ ਸਿੱਖ ਦਾ ਫਰਜ਼ ਹੈ। ਬਚਨ ਇਹ ਹੈ, ਇਹ ਗੁਰਮੁਖ ਦੇ ਲੱਛਣ ਨੇ, ਜੋ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਗੁਰਮਹਿ ਨਿਸ਼ਚਾ ਧਰੈ ਵਿਚਛਣ। ਇਸ ਕਰਕੇ ਗੁਰੂ ਦੇ ਉੱਪਰ ਪੂਰਾ ਨਿਸ਼ਚਾ ਰੱਖੇ, ਭਰੋਸਾ ਰੱਖੇ, ਮੇਰਾ ਗੁਰੂ ਇਹ ਕੰਮ ਕਰ ਸਕਦਾ ਹੈ। ਕਦੇ ਮਨ ਵਿੱਚ ਇਹ ਨਹੀਂ ਆਉਣਾ ਚਾਹੀਦਾ ਵੀ ਪਤਾ ਨਹੀਂ ਗੁਰੂ ਕੋਲੋਂ ਆ ਕੰਮ ਹੋਵੇਗਾ ਕਿ ਨਹੀਂ ਹੋਵੇਗਾ। ਨਹੀਂ ਹੋਵੇਗਾ ਤੇ ਬਚਨ ਨਹੀਂ ਹੈ। ਕਈ ਵਾਰੀ ਆਪਾਂ ਕਈ ਪ੍ਰਚਾਰਕਾਂ ਕੋਲੋਂ ਇਹ ਸਾਖੀ ਸਰਵਣ ਕਰ ਲੈਂਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਲਹਿਣਾ ਜੀ ਰੁੱਖ ਨੂੰ ਹਿਲਾਉਣਾ ਦੇ ਦਿਓ, ਮਠਿਆਈ ਮਿਲ ਜਾਏਗੀ, ਸੰਗਤ ਨੂੰ ਛਕਾ ਦਿਓ। ਤੇ ਉਹ ਕੁਝ ਪ੍ਰਚਾਰਕ ਇਹ ਗੱਲ ਕਹਿੰਦੇ ਵੀ ਜਦੋਂ ਭਾਈ ਲਹਿਣਾ ਜੀ ਜਾਣ ਲੱਗੇ ਤੇ ਬਾਬਾ ਸ੍ਰੀ ਚੰਦ ਨੇ ਹੱਥ ਫੜ ਲਿਆ, ਕਹਿਣ ਲੱਗੇ, ਭਾਈ ਲਹਿਣਾ ਜੀ ਬਾਪੂ ਬਜ਼ੁਰਗ ਹੋ ਗਏ ਨੇ, ਇਹਨਾਂ ਦੀ ਹੋਸ਼ ਟਿਕਾਣੇ ਨਹੀਂ ਹੈ, ਜੋ ਕੁਝ ਬੋਲੀ ਜਾਂਦੇ। ਹੁਣ ਤੁਸੀਂ ਰੁੱਖ ਨੂੰ ਹਿਲਾਉਣਾ ਦਿਓਗੇ, ਰੁੱਖਾਂ ਨੂੰ ਕਦੇ ਮਠਿਆਈਆਂ ਥੋੜ੍ਹੀ ਲੱਗਦੀਆਂ, ਲੋਕ ਤੁਹਾਨੂੰ ਮਖੌਲ ਕਰਨਗੇ, ਇੱਥੇ ਬੈਠ ਜਾਓ, ਕੋਈ ਗੱਲ ਨਹੀਂ।
ਤੇ ਉਹਨਾਂ ਪ੍ਰਚਾਰਕਾਂ ਦੀ ਇਹ ਵਿਚਾਰ ਹੈ ਵੀ ਭਾਈ ਲਹਿਣਾ ਜੀ ਨੇ ਆਖਿਆ, ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ, ਮਠਿਆਈ ਡਿੱਗੇ ਭਾਵੇਂ ਨਾ ਡਿੱਗੇ, ਪਰ ਮੇਰਾ ਕੰਮ ਹੈ ਰੁੱਖ ਨੂੰ ਹਲੂਣਾ ਦੇਣਾ। ਪਰ ਐਸਾ ਬਚਨ ਨਹੀਂ ਹੈ। ਭਾਈ ਲਹਿਣਾ ਸਾਹਿਬ ਦੇ ਮੁਖੋਂ ਇਹ ਗੱਲ ਨਿਕਲ ਸਕਦੀ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਵੀ ਰੁੱਖ ਨੂੰ ਮਠਿਆਈ ਲੱਗੀ ਹੈ, ਰੁੱਖ ਹਿਲਾਵੇਂਗਾ ਤੇ ਡਿੱਗੇਗੀ, ਫਿਰ ਉਹ ਕਿਵੇਂ ਕਹਿ ਸਕਦਾ ਵੀ ਮਠਿਆਈ ਡਿੱਗੇ ਤੇ ਭਾਵੇਂ ਨਾ ਡਿੱਗੇ? ਨਾ ਡਿੱਗਣ ਦਾ ਤੇ ਸਵਾਲ ਪੈਦਾ ਹੀ ਨਹੀਂ ਹੁੰਦਾ। ਇਹ ਤੇ ਸ਼ੰਕੇ ਵਾਲੀ ਗੱਲ ਹੋ ਗਈ ਨਾ, ਵੀ ਪਤਾ ਨਹੀਂ ਡਿੱਗੇਗੀ ਕਿ ਨਹੀਂ ਡਿੱਗੇਗੀ। ਨਹੀਂ, ਗੁਰੂ ਦਾ ਸਿੱਖ ਗੁਰੂ ਦੇ ਉੱਪਰ ਪੂਰਾ ਭਰੋਸਾ ਰੱਖੇ। ਭਾਈ ਲਹਿਣਾ ਜੀ ਦੇ ਵਾਂਗ ਉਹਨਾਂ ਨੇ ਮਨ ਵਿੱਚ ਇਹ ਨਹੀਂ ਸੋਚਿਆ ਮਠਿਆਈ ਆਉਣੀ ਹੈ ਕਿ ਨਹੀਂ ਆਉਣੀ ਹੈ, ਇਹ ਸੋਚਿਆ ਵੀ ਗੁਰੂ ਨੇ ਆਖਿਆ ਹੈ, ਇਹ ਤੇ ਹੋ ਕੇ ਹੀ ਰਹੇਗਾ, ਇਹ ਟਲ ਨਹੀਂ ਸਕਦਾ ਹੈ, ਇਹਨੂੰ ਕੋਈ ਮੋੜ ਨਹੀਂ ਸਕਦਾ ਹੈ। ਇਹਨੂੰ ਨਿਸ਼ਚਾ ਤੇ ਭਰੋਸਾ ਕਿਹਾ ਜਾਂਦਾ ਹੈ। ਗੁਰੂ ਕਾ ਸਿੱਖ ਗੁਰੂ ਦੇ ਉੱਪਰ ਭਰੋਸਾ ਰੱਖੇ। ਤੇ ਗੁਰਮੁਖੋ ਭਰੋਸਾ ਹੀ ਹੈ ਨਾ। ਤੇ ਬਹਾਦਰ ਬਿਧੀ ਚੰਦ ਨੇ ਭੱਠ ਵਾਲੇ ਨੂੰ ਆਖਿਆ, ਕੜਾਈ ਪਰੇ ਕਰ, ਮੈਂ ਵਿੱਚ ਬੈਠਣਾ ਹੈ। ਤੇ ਉਹ ਦਾਣੇ ਭੁੰਨਣ ਵਾਲਾ ਕਹਿਣ ਲੱਗਾ ਵੀ ਬਾਹਰ ਤੇ ਹੋ ਸਕਦਾ ਵੱਜ ਜਾਵੇ, ਥੋੜ੍ਹੀ ਬਹੁਤੀ ਮਾਰ ਪਵੇਗੀ ਸਿਪਾਹੀਆਂ ਕੋਲੋਂ, ਪਰ ਅੱਗ ਦੇ ਨਾਲ ਰਿਸ਼ਤੇਦਾਰੀ ਥੋੜ੍ਹੀ ਹੈ, ਇਹਨੇ ਤੇ ਸਾੜ ਦੇਣਾ। ਤੇ ਬਲਦੇ ਭਾਂਬੜ ਹੁਣ ਭੱਠ ਬਲਦਾ ਹੋਵੇ ਤੇ ਉਹਦੇ ਵੱਲ ਵੇਖਿਆ ਨਹੀਂ ਜਾਂਦਾ, ਇੰਨਾ ਸੇਕ ਹੈ। ਪਰ ਸਿੱਖ ਨੇ ਆਖਿਆ, ਨਹੀਂ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਆਪਾਂ ਸਾਰੇ ਜਾਣੇ ਮਿਲ ਕੇ ਆਖੀਏ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਮੇਰੇ ਅੰਗ ਸੰਗ ਹੈ ਸਦਾ ਵਾਸਤੇ, ਤੇ ਫਿਰ ਮੈਨੂੰ ਤਤੀ ਵਾਹ ਨਹੀਂ ਲੱਗਣ ਦੇਵੇਗਾ। ਐਸਾ ਭਰੋਸਾ ਹੋਣਾ ਚਾਹੀਦਾ ਹੈ ਗੁਰੂ ਦੇ ਉੱਪਰ। ਜਿਹੜੇ ਭਰੋਸਾ ਕਰਦੇ ਉਹ ਸੰਸਾਰ ਤੋਂ ਤਰ ਜਾਂਦੇ। ਇਹ ਮੁਕਤੀਨਾਮੇ ਦੇ ਬਚਨ ਨੇ। ਮਹਾਰਾਜ ਇੱਥੇ ਹੀ ਬਸ ਨਹੀਂ, ਗੁਰਮੁਖੋ ਅਜੇ ਹੋਰ ਵੀ ਅੱਗੇ ਇਹ ਦਾਤਾ ਮਹਾਰਾਜ ਸਾਨੂੰ ਦੇਣਗੇ ਵੀ ਸਿੱਖ ਨੇ ਕੀ ਕੁਝ ਕਰਨਾ ਹੈ ਤੇ ਕੀ ਕੁਝ ਛੱਡਣਾ ਹੈ। ਉਹ ਬਚਨ ਆਪਾਂ ਕੱਲ੍ਹ ਦੇ ਇਤਿਹਾਸ ਵਿੱਚ ਅੱਗੇ ਫਿਰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਨਾਮ।